Please subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਿਰਨਾਵੇਂ। ਦੋਸਤੋ ਤੇ ਸਾਡੇ ਪਿਆਰੇ ਦਰਸ਼ਕੋ, ਮਨਦੀਪ ਕੌਰ ਸਿੱਧੂ ਹੁਣਾਂ ਦੇ ਪੇਜ ਤੇ ਜਿਹੜਾ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਅੰਬਰਾਂ ਦੇ ਸਿਰਨਾਵੇਂ, ਉਹਦੇ ਅਗਲੀ ਸ਼ਖਸੀਅਤ ਉਹਨਾਂ ਦੀ ਅੱਜ ਸਾਡੇ ਸਟੂਡੀਓ 'ਚ ਹਾਜ਼ਰ ਨੇ ਕੁਲਦੀਪ ਸਿੰਘ ਬੇਦੀ ਜੀ, ਜਿਨ੍ਹਾਂ ਨੇ 5 ਨਾਵਲ, 3 ਕਹਾਣੀ ਸੰਗ੍ਰਹਿ, ਇੱਕ ਨਿਬੰਧ ਦੀ ਕਿਤਾਬ, ਹੋਰ ਬਹੁਤ ਸਾਰੀਆਂ, ਇੱਕ ਉਹਨਾਂ ਨੇ ਵਿਦੇਸ਼ ਦੀ ਜਿਹੜੀ ਯਾਤਰਾ ਕੀਤੀ ਉਹਦੇ 'ਤੇ ਵੀ ਉਹਨਾਂ ਨੇ ਕਿਤਾਬ ਲਿਖੀ। ਬੇਦੀ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਇੱਥੇ ਆਉਣ 'ਤੇ। ਜੀ ਆਇਆਂ ਨੂੰ। ਮਿਹਰਬਾਨੀ ਜੀ, ਮਿਹਰਬਾਨੀ ਵਿਸ਼ਾਲ। ਬੇਦੀ ਸਾਹਿਬ, ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਫਾਰਮਲ ਸਵਾਲਾਂ ਤੋਂ। ਤੁਸੀਂ ਫਿਲਮਾਂ ਦੇ ਨਾਲ ਵੀ ਜੁੜੇ ਆ, ਕੁਝ ਸਕ੍ਰਿਪਟ ਲਿਖੀਆਂ, ਪੰਜਾਬੀ ਫਿਲਮਾਂ ਦੀਆਂ ਕਹਾਣੀਆਂ ਲਿਖੀਆਂ। ਜਗਬਾਣੀ ਦੇ ਵਿੱਚ ਕਰੀਬ 40 ਸਾਲ ਤੁਸੀਂ ਜਿਹੜਾ ਉਹਦਾ ਮੈਗਜ਼ੀਨ ਸੈਕਸ਼ਨ ਉਹਦੇ ਐਡੀਟਰ ਵੀ ਰਹੇ। ਮਤਲਬ ਤੁਹਾਡੀ ਸਿਰਜਣਾ ਦਾ ਲੰਬਾ ਸਫ਼ਰ ਹੈ ਜਿਹੜਾ ਤੁਸੀਂ ਤੈਅ ਕੀਤਾ ਅਤੇ ਅੱਜ ਵੀ ਲਗਾਤਾਰ ਜਾਰੀ ਹੈ। ਮੈਂ ਗੱਲਬਾਤ ਦਾ ਸਿਲਸਿਲਾ ਇੱਥੋਂ ਸ਼ੁਰੂ ਕਰਦਾ ਕਿ ਤੁਹਾਨੂੰ ਪੜ੍ਹਾਈ ਤੋਂ ਬਾਅਦ, ਪੜ੍ਹਾਈ ਕਰਦਿਆਂ ਵਿਚਰਦਿਆਂ ਕਦੋਂ ਲੱਗਾ ਸੀਗਾ ਕਿ ਤੁਹਾਡੇ ਅੰਦਰ ਇੱਕ ਜਿਹੜਾ ਸਿਰਜਣਾਤਮਕ ਇੱਕ ਵੱਖਰਾ ਕੁਲਦੀਪ ਸਿੰਘ ਬੇਦੀ ਬੈਠਾ ਵਾ, ਉਹਦੇ ਨਾਲ ਸੰਵਾਦ ਲਿਖਣ ਦਾ ਫੈਸਲਾ, ਸਿਰਜਣਾ ਦਾ ਸਫ਼ਰ, ਪਹਿਲੀ ਸਿਰਜਣਾ, ਉਹਦੇ ਬਾਰੇ ਮੈਂ ਚਾਹਾਂਗਾ ਕਿ ਆਪਾਂ ਗੱਲਬਾਤ। ਵਿਸ਼ਾਲ ਜੀ, ਜਿਹੜੀ ਤੁਹਾਡੀ ਜ਼ਿੰਦਗੀ ਹੈ, ਸਾਡੀ ਜ਼ਿੰਦਗੀ ਜਿਹੜੀ ਹੈ, ਜਿਸ ਤਰ੍ਹਾਂ ਅਸੀਂ ਜੀਉ ਰਹੇ ਹਾਂ, ਇਹਦੇ ਵਿੱਚ ਸੁੱਖ ਵੀ ਨੇ ਅਤੇ ਦੁੱਖ ਵੀ ਨੇ। ਜਿਹੜੀ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਟੁੰਬਦੀ ਹੈ ਨਾ, ਉਹ ਤੁਹਾਡੇ ਦੁੱਖ ਟੁੰਬਦੇ ਆ ਬੰਦੇ ਦੇ ਦੁੱਖ ਜਿਹੜੇ ਨੇ ਨਾ। ਸੁੱਖ ਦਾ ਟਾਈਮ ਜਿਹੜਾ ਨਾ ਉਹ ਹਮੇਸ਼ਾ ਨਿਕਲ ਜਾਂਦਾ ਬੜੀ ਛੇਤੀ, ਲੇਕਿਨ ਦੁੱਖ ਜਿਹੜਾ ਹੈ, ਦੁੱਖ ਦਾ ਇੱਕ ਇੱਕ ਪਲ ਬਿਤਾਉਣਾ ਬੰਦੇ ਨੂੰ ਔਖਾ ਹੋ ਜਾਂਦਾ। ਔਰ ਇਹ ਜਿਹੜੀਆਂ ਦੁਖਦਾਈ ਘਟਨਾਵਾਂ ਹੁੰਦੀਆਂ ਨੇ ਨਾ, ਇਹ ਬੰਦੇ ਦੇ ਕਿਤੇ ਅੰਦਰ ਬੈਠ ਜਾਂਦੀਆਂ ਨੇ। ਬਹੁਤ ਵਾਰੀ ਤੁਹਾਡੇ ਜਿਹੜੇ ਮਾੜਾ ਟਾਈਮ ਤੁਹਾਡੇ ਅੱਗੇ ਆਇਆ, ਜਾਂ ਜਿਹਨਾਂ ਲੋਕਾਂ ਦੀ ਤੁਸੀਂ ਮਾੜੀ ਗੱਲ ਸੁਣੀ। ਮੈਂ ਇੱਕ ਵਾਰੀ ਆਪਣੇ ਪਿੰਡ ਦੇ ਵਿੱਚ ਗਿਆ, ਜਦੋਂ ਮੈਂ 10ਵੀਂ 11ਵੀਂ 'ਚ ਪੜ੍ਹਦਾ ਸੀਗਾ, ਇੱਕ ਵਿਆਹ ਦੇ ਸਿਲਸਿਲੇ ਵਿੱਚ। ਉੱਥੇ ਰਾਤ ਨੂੰ ਮੈਂ ਗਿੱਧਾ ਵੇਖਿਆ, ਜਿਹੜੀਆਂ ਪਿੰਡ ਦੀਆਂ ਮੁਟਿਆਰਾਂ ਤੇ ਹੋਰ ਸਾਰੇ ਉੱਥੇ ਗਿੱਧਾ ਪਾ ਰਹੀਆਂ ਸਨ। ਤੇ ਇੱਕ ਕੁੜੀ ਨੇ ਬੜਾ ਕਮਾਲ ਦਾ ਗਿੱਧਾ ਪਾਇਆ। ਮੇਰੇ ਮਨ 'ਚ ਸੀ, ਮੈਂ ਕਿਹਾ ਇਹ ਕੁੜੀ ਨਾਲ ਸਵੇਰੇ ਗੱਲ ਕਰਨੀ ਹੈ, ਕੌਣ ਆਉਂਦੀ ਹੈ। ਤੇ ਮੈਂ ਉਹ ਘਰ ਦੀ ਇੱਕ ਔਰਤ ਨੂੰ ਪੁੱਛਿਆ ਵੀ ਰਾਤੀ ਕੁੜੀ ਨੱਚ ਰਹੀ ਸੀ ਇੱਥੇ। ਉਹ ਕਹਿੰਦੀ ਜੀ ਹੁਣੇ ਆ ਜਾਂਦੀ ਆ। ਉਹ ਆਈ ਤੇ ਮੈਂ ਕਿਹਾ ਵੀ ਤੂੰ ਬਹੁਤ ਵਧੀਆ ਡਾਂਸ ਕੀਤਾ, ਕਮਾਲ ਕਰਤੀ ਰਾਤੀ, ਜੋ ਮੈਂ ਤੇਰਾ ਗਿੱਧਾ ਵੇਖਿਆ ਨਾ, ਮਤਲਬ ਕਮਾਲ ਹੀ ਹੋ। ਸਾਡੀ ਜਿਹੜੀ ਚਾਚੀ ਲੱਗਦੀ ਸੀਗੀ ਘਰਾਂ ਦੇ ਵਿੱਚੋਂ, ਉਹਨੇ ਦੱਸਿਆ, ਕਹਿੰਦੀ ਇਹਦੇ ਕਰਮ ਬੜੇ ਮਾੜੇ ਆ। ਇੱਕ ਫੌਜੀ ਨਾਲ ਵਿਆਹੀ ਸੀਗੀ ਤੇ ਫੌਜੀ ਦੀ 2 ਸਾਲ ਪਹਿਲਾਂ ਮੌਤ ਹੋ ਗਈ। ਮਤਲਬ ਉਹ ਗੱਲ ਜਿਹੜੀ ਸੀ ਮੈਨੂੰ ਉਹ ਇੰਨਾ ਲੱਗੀ ਵੀ ਇੱਦਾਂ ਕੰਟਰਾਸਟ ਵਿੱਚ ਆਈ। ਰਾਤ ਮੈਂ ਇਸ ਕੁੜੀ ਨੂੰ ਦੇਖਿਆ ਕਿੰਨੀ ਖੁਸ਼ ਦੇ ਮੂਡ ਦੇ ਵਿੱਚ, ਸਵੇਰੇ ਉਹਦੇ ਨਾਲ ਜੋ ਵਾਪਰਿਆ। ਮੇਰੀ ਜਿਹੜੀ ਪਹਿਲੀ ਕਹਾਣੀ ਸੀ ਨਾ, ਉਹ ਉਸੇ ਕੁੜੀ ਦੇ ਸੰਬੰਧ ਵਿੱਚ ਸੀ।
ਮੇਰੇ ਦਿਲ 'ਚ ਆ ਗਿਆ ਵੀ ਇਹਨੂੰ ਲਿਖਣਾ ਚਾਹੀਦਾ। ਹੁਣ ਮੈਂ ਲਿਖ ਬੈਠਾ। ਪਰ ਉਸ ਤੋਂ ਵੀ ਪਹਿਲਾਂ ਜਿਹੜੀ ਗੱਲ ਸੀ ਇਹ ਸੀਗੀ ਵੀ ਉਹ ਦਿਨਾਂ 'ਚ ਅਸੀਂ ਜਵਾਨ ਹੋਏ ਸੀ ਨਾ, ਉਦੋਂ ਵਿਆਹਾਂ 'ਚ ਸਿਹਰੇ ਬੜੇ ਜਾਂਦੇ, ਸਿੱਖਿਆ ਬੜੀ ਜਾਂਦੀ ਸੀ। ਤੇ ਮੈਨੂੰ ਕਿਸੇ ਨੇ ਕਿਹਾ, ਉਹ ਸਾਡੇ ਮਾਮੇ ਦਾ ਵਿਆਹ ਸੀਗਾ, ਸਾਨੂੰ ਕਿਸੇ ਨੇ ਕਿਹਾ ਵੀ ਆ ਤੁਸੀਂ ਸਿਹਰਾ ਪੜ੍ਹਨਾ ਜੀ ਉੱਥੇ। ਉਹ ਨਾਂ ਬਦਲ ਕੇ ਤੇ ਸਿਹਰਾ ਮੈਨੂੰ ਪੜ੍ਹਾਤਾ ਉਹਨਾਂ ਨੇ। ਮੈਂ ਕਿਹਾ ਇਦਾਂ ਦਾ ਸਿਹਰਾ ਨਹੀਂ ਪੜ੍ਹਨਾ ਆਪਾਂ, ਜਿਹੜਾ ਨਾਂ ਬਦਲ ਕੇ ਪਹਿਲਾਂ ਲਿਖਿਆ ਆਪਾਂ ਪੜ੍ਹ ਦਈਏ ਤੇ ਸਿਹਰਾ ਦੁਬਾਰਾ ਲਿਖਿਆ ਜਾਵੇ। ਉਹ ਫਿਰ ਪਹਿਲਾ ਸਿਹਰਾ ਲਿਖਿਆ ਉਸ ਵੇਲੇ। ਅੱਛਾ ਅੱਛਾ। ਜਿਹਦੀ ਪੂਰੀ ਸ਼ਬਦਾਵਲੀ ਬਦਲ ਦਿੱਤੀ ਔਰ ਉਹਦੇ ਵਿੱਚ ਨਜ਼ਮ ਵਰਗਾ ਹੋ ਲਿਖਿਆ ਆਪਾਂ। ਜੇ ਆਪਾਂ ਕਹੀਏ ਵੀ ਆਪਾਂ ਉਹਨੂੰ ਤੁਕਬੰਦੀ ਕੀਤੀ ਜਾਂ ਉਹਨੂੰ ਅਸੀਂ ਉਹਦੇ 'ਚ ਲਿਖਿਆ, ਅਸੀਂ ਉਹਨੂੰ ਨਜ਼ਮ ਵਾਂਗੂ ਲਿਖਿਆ। ਪਰ ਉਹ ਜਿਨ੍ਹਾਂ ਲੋਕਾਂ ਨੇ ਸੁਣਿਆ। ਨਹੀਂ ਮੇਰੇ ਸਾਹਿਬ, ਜਿੱਦਾਂ ਤੁਸੀਂ ਉਸ ਪਹਿਲੀ ਕਹਾਣੀ ਦਾ ਜ਼ਿਕਰ ਕੀਤਾ ਕਿ ਮੈਂ ਇੱਦਾਂ ਸਿਰਜਣਾ ਦਾ ਸ਼ੁਰੂ ਹੋਇਆ ਮੇਰਾ, ਕੋਈ ਵੀ ਲੇਖਕ ਨਾਲ ਜਦੋਂ ਵਾਪਰਦਾ ਕੁਛ ਬਾਹਰੀ ਘਟਨਾਵਾਂ ਵਾਪਰਦੀਆਂ ਤੇ ਉਹ ਉਹਦੇ 'ਚ ਭਿੱਜ ਜਾਂਦਾ, ਕਿਉਂਕਿ ਸੈਂਸਿਟਿਵ ਮਾਈਂਡ ਜਿਹੜਾ ਤੁਹਾਡੇ ਅੰਦਰ ਵੇਵਸ, ਮਤਲਬ ਤੁਹਾਡੇ ਤੇ ਅਟੈਕ ਹੁੰਦਾ ਇੱਕ ਕਿਸਮ ਦਾ, ਮਤਲਬ ਅਗਲੇ ਦਾ ਦੁੱਖ ਤੁਹਾਡੇ ਤੇ ਅਟੈਕ ਕਰਦਾ ਤੇ ਤੁਸੀਂ ਇਹਦੇ ਤੋਂ ਪਹਿਲਾਂ ਜਿਹੜਾ ਮੇਰਾ ਸਵਾਲ ਸੀਗਾ ਬੁਨਿਆਦੀ ਬਕਾਇਦਾ ਤੌਰ ਤੇ, ਕਿ ਸਾਹਿਤ ਦੇ ਨਾਲ ਜੁੜੇ ਪਹਿਲਾਂ ਕੁਛ ਕਿਤਾਬਾਂ ਪੜ੍ਹੀਆਂ ਹੋਣਗੀਆਂ, ਤੁਹਾਨੂੰ ਕਦੋਂ ਮਤਲਬ ਲੱਗਾ, ਜਿਹੜਾ ਤੁਹਾਡੇ ਆਈਡੀਅਲ ਲੇਖਕ ਸੀਗੇ ਮਨ 'ਚ ਆਇਆ ਹੋਊਗਾ ਵੀ ਮੈਂ ਵੀ ਕੁਛ ਲਿਖਾਂ, ਮਤਲਬ ਕੁਛ ਉਹ ਘਟਨਾ ਦੀ ਗੱਲ? ਮੈਂ ਤੁਹਾਡੇ ਨਾਲ ਹਾਂ ਬਿਲਕੁਲ, ਮੇਰੇ ਦਿਮਾਗ ਦੇ ਵਿੱਚ ਉਹ ਵੀ ਗੱਲ ਹੈਗੀ ਹੈ। ਮੈਂ ਜਦੋਂ 8ਵੀਂ 'ਚ ਪੜ੍ਹਦਾ ਸੀਗਾ ਤਾਂ ਮੈਂ ਆਪਣੇ ਘਰ ਦੇ ਵਿੱਚ ਉਹ ਝਾਤੀ ਮਾਰੀ, ਜਦੋਂ ਥੋੜ੍ਹੀ ਜਿਹੀ ਬੰਦਾ ਕਿਤਾਬਾਂ ਨਾਲ ਜੁੜਦਾ ਹੈ, ਤੁਸੀਂ ਆਪਣੀਆਂ ਟੈਕਸਟ ਬੁੱਕਾਂ ਨਾਲ ਜੁੜਦੇ ਹੋ, ਤਾਂ ਮੈਂ ਦੇਖਿਆ ਵੀ ਮੇਰੇ ਘਰ ਦੇ ਵਿੱਚ ਪ੍ਰੀਤ ਰੜੀ ਆਉਂਦੀ ਹੈ। ਪ੍ਰੀਤ ਰੜੀ ਮੈਗਜ਼ੀਨ ਆਉਂਦਾ ਤੇ ਮੇਰੇ ਫਾਦਰ ਜਦੋਂ ਉਹ ਰੇਲਵੇ 'ਚ ਸਨ, ਉਹਨਾਂ ਦੀ ਬਦਲੀ ਹੋਣੀ, ਟ੍ਰਾਂਸਫਰ ਹੋਣੀ ਕਿਤੇ, ਤਾਂ ਉਹਨਾਂ ਨੇ ਬੜੇ ਬੜੇ ਬੰਡਲ ਬੰਨੇ ਹੁੰਦੇ ਸੀਗੇ ਤੇ ਮੈਂ ਦੇਖਣਾ ਵੀ ਉਹ ਪ੍ਰੀਤ ਰੜੀ ਦੀਆਂ ਫਾਈਲਾਂ ਨੇ। ਮੈਂ ਉਹਨਾਂ ਨੂੰ ਕਿਹਾ, ਸਾਡੀ ਮਾਤਾ ਨੇ ਵੀ ਕਹਿਣਾ ਵੀ ਤੁਸੀਂ ਇਹਨਾਂ ਨੂੰ ਕਿਸੇ ਪਾਸੇ ਲਾਓ, ਇਹਨਾਂ ਨੂੰ ਤੁਸੀਂ ਜਿੱਥੇ ਜਾਂਦੇ ਹੋ ਬਦਲੀ ਹੁੰਦੀ ਹੈ, ਇਹਨਾਂ ਨੂੰ ਚੁੱਕ ਕੇ ਪਹਿਲਾਂ ਤੁਸੀਂ ਨਾਲ ਰੱਖਦੇ ਹੋ ਵੀ ਇਹ ਨਾਲ ਲੈ ਕੇ ਜਾਣੇ ਆ। ਲੇਕਿਨ ਉਦੋਂ ਤੱਕ ਮੈਨੂੰ ਸਾਹਿਤ ਦੀ ਸੂਝ ਨਹੀਂ ਸੀਗੀ ਕਿ ਮੈਂ ਇਹ ਮੈਗਜ਼ੀਨ ਚੱਕ ਕੇ ਪੜ੍ਹ ਲਵਾਂ, ਇਹ ਨਹੀਂ ਸੀ। ਪਰ ਜਦੋਂ ਉਹ ਸਾਰਿਆਂ ਨੂੰ ਉਹਨਾਂ ਨੇ ਜ਼ਾਇਆ ਕਰ ਦਿੱਤਾ, ਉਹਨਾਂ ਨੂੰ ਕਿਸੇ ਨੂੰ ਦੇ ਦਿੱਤਾ, ਤਾਂ ਜਦੋਂ 9ਵੀਂ 10ਵੀਂ 'ਚ ਹੋਇਆ ਤਾਂ ਮੈਨੂੰ ਲੱਗਿਆ ਕਿ ਮੈਂ ਤਾਂ ਬਹੁਤ ਵੱਡਾ ਖਜ਼ਾਨਾ ਸੀਗਾ ਮੇਰੇ ਕੋਲ, ਇਹ ਸਾਰਾ ਇਹਨਾਂ ਨੇ ਕੱਢ ਦਿੱਤਾ। ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਜੇ ਫਾਦਰ ਸਾਡੇ ਪਿਤਾ ਜੀ ਜੇ ਇਹੋ ਜਿਹੀ ਮੈਗਜ਼ੀਨ ਪੜ੍ਹਦੇ ਸੀਗੇ ਤਾਂ ਉਹ ਨਾਨਕ ਸਿੰਘ ਦੇ ਨਾਵਲ, ਜਸਵੰਤ ਸਿੰਘ ਕੰਵਲ ਦੇ ਨਾਵਲ ਉਹਨਾਂ ਨੂੰ ਜਿਹੜੇ ਰੇਲਵੇ ਦੇ ਬੁੱਕ ਸਟਾਲ ਨੇ ਉੱਥੋਂ ਉਹਨਾਂ ਨੂੰ ਮਿਲ ਜਾਂਦੇ ਸੀਗੇ, ਉਹਨਾਂ ਨੇ ਘਰ ਲੈ ਕੇ ਆਉਣੇ। ਫਿਰ ਉਹ ਸਾਰੇ ਪਰਿਵਾਰ ਨੇ ਪੜ੍ਹਨੇ, ਸਾਡੀ ਮਾਤਾ ਤੋਂ ਲੈ ਕੇ ਸਭ ਨੇ ਪੜ੍ਹਨੇ। ਮਤਲਬ ਇਹ ਜਿਹੜੇ ਬੀਜ ਸਾਡੇ ਅੰਦਰ ਸੀਗੇ। ਪਰ ਫਿਰ ਜਦੋਂ ਰਚਨਾਵਾਂ ਨਿਕਲਦੀਆਂ ਸਿਹਰੇ ਦੇ ਰੂਪ 'ਚ ਨਿਕਲਦੀਆਂ ਨੇ, ਜਾਂ ਉਹ ਜਿਹੜੀ ਲੜਕੀ ਮਿਲੀ ਉਹਦੇ ਰੂਪ ਵਿੱਚ ਕਹਾਣੀ ਦੇ ਰੂਪ 'ਚ ਨਿਕਲਦੀਆਂ ਨੇ, ਤਾਂ ਫਿਰ ਉਹ ਤੁਹਾਡੇ ਅੰਦਰ ਜਿਹੜੀ ਗੱਲ ਪਹਿਲਾਂ ਬੈਠੀ ਹੁੰਦੀ ਆ, ਫਿਰ ਉਹ ਬਾਹਰ ਆ ਜਾਂਦੀ ਕਿਸੇ ਬਹਾਨੇ ਨਾਲ। ਮੇਰੇ ਸਾਹਿਬ, ਤੁਸੀਂ ਲੰਬਾ ਸਮਾਂ ਆਪਾਂ ਪਹਿਲੇ ਵੀ ਆਪਣੀ ਗੱਲ ਹੋਈ ਸੀਗੀ ਉਹਦੇ ਨਾਲ ਪੰਜਾਬ ਕੇਸਰੀ ਗਰੁੱਪ ਦੇ ਨਾਲ ਜੁੜੇ, ਇਹਦੇ ਦੇ ਨਾਲ ਤੁਹਾਡੀਆਂ ਕਹਾਣੀਆਂ ਦੀਆਂ ਕਿਤਾਬਾਂ ਤੁਹਾਡੀ ਸਿਰਜਣਾ ਜਾਰੀ ਸੀਗੀ। ਉੱਥੇ ਤੁਹਾਡਾ ਜਿਹੜਾ ਫੈਸਲਾ ਸੀਗਾ, ਮਤਲਬ ਇੱਕ ਜਰਨਲਿਜ਼ਮ ਗਰੁੱਪ ਦੇ ਵਿੱਚ ਜਾਣਾ, ਕਿ ਇਹ ਬੜਾ ਡਿਫਰੈਂਟ ਆ ਲੇਖਕ ਦੇ ਮਨ ਵਾਸਤੇ, ਮਤਲਬ ਕਿੱਥੇ ਇੱਕ ਪੱਤਰਕਾਰੀ ਕਰਨੀ, ਮਤਲਬ ਉਹ ਵੀ ਅਖਬਾਰ ਦੀ ਪੱਤਰਕਾਰੀ ਕਰਨੀ, ਮਤਲਬ ਐਡੀਸ਼ਨ ਤਿਆਰ ਕਰਨਾ, ਕਿੱਥੇ ਜਿਹੜੀ ਤੁਸੀਂ ਸਿਰਜਣਾ ਕਰਨੀ, ਉਹ ਉੱਥੋਂ ਤੱਕ ਕਿੱਦਾਂ ਪਹੁੰਚੇ ਜਾਂ ਕਿੱਦਾਂ ਤੁਹਾਡਾ ਫੈਸਲਾ ਲਿਆ, ਇਹਦੇ ਬਾਰੇ ਕਿੱਦਾਂ ਮੈਂ ਜਾਣਨਾ ਚਾਹਾਂਗਾ। ਮੈਂ ਅਸਲ ਦੇ ਵਿੱਚ ਪੱਤਰਕਾਰੀ ਦੇ ਵਿੱਚ ਆਇਆ ਸੀਗਾ ਸੰਨ 1973 ਦੇ ਵਿੱਚ। ਇੱਕ ਅਖਬਾਰ ਨਿਕਲਦਾ ਸੀਗਾ ਕੌਮੀ ਦਰਦ ਦੇ ਵਿੱਚ, ਰੋਜ਼ਾਨਾ ਅਖਬਾਰ ਸੀਗਾ, ਔਰ ਕੌਮੀ ਦਰਦ ਵਿੱਚ ਵੀ ਮੇਰੇ ਜਾਣ ਦਾ ਬਹਾਨਾ ਜਿਹੜਾ ਬਣਿਆ, ਇੱਕ ਮੈਂ ਹੜਤਾਲ ਲੜੀ ਸੀ ਫੈਕਟਰੀ 'ਚ ਕੰਮ ਕਰਦਿਆਂ। ਉਸ ਹੜਤਾਲ ਦੇ ਵਿੱਚੋਂ ਸਾਨੂੰ ਕੁਝ ਲੋਕਾਂ ਦੇ ਗਰੁੱਪ ਨੂੰ ਉਹਨਾਂ ਨੇ ਬਾਹਰ ਕੱਢਤਾ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਮੈਂ ਵਿਹਲਾ ਸੀਗਾ ਤੇ ਮੈਂ ਕੌਮੀ ਦਰਦ ਅਖਬਾਰ ਦੇ ਵਿੱਚ ਗਿਆ ਤੇ MA ਮੈਂ ਪੰਜਾਬੀ ਦੀ ਕਰ ਗਿਆ ਸੀ। ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਕੋਈ ਨੌਕਰੀ ਦੇ ਦਿਓ। ਉਹ ਕਹਿੰਦੇ ਜੀ ਨੌਕਰੀ ਤਾਂ ਨਹੀਂ ਹੈਗੀ, ਨੌਕਰੀ ਤੁਸੀਂ ਕਰਨੀ ਕਰ ਲਓ ਲੇਕਿਨ ਤਨਖਾਹ ਨਹੀਂ ਹੈਗੀ। ਮੈਂ ਕਿਹਾ ਯਾਰ ਇਹ ਤਾਂ ਕੋਈ ਗੱਲ ਨਹੀਂ ਸਮਝ ਲੱਗੀ। ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦਾ ਅਖਬਾਰ ਆ, ਅਸੀਂ ਉੱਥੋਂ ਪੈਸੇ ਲਿਆ ਕੇ ਇਹਨਾਂ ਮੁਲਾਜ਼ਮਾਂ ਨੂੰ ਤਨਖਾਹਾਂ ਦਿੰਦੇ ਆ ਤਾਂ ਪੈਸੇ ਬਹੁਤੇ ਦਿੰਦੇ ਨਹੀਂ। ਮੈਂ ਕਿਹਾ ਮੈਂ ਵੈਸੇ ਬੈਠ ਸਕਦਾ ਇੱਥੇ?
ਕਹਿੰਦੇ ਜੀ ਕੰਮ ਕਰਨਾ ਕਰੋ। ਤਾਂ ਮੈਂ ਉੱਥੇ ਬੈਠ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਕਹਾਣੀਆਂ ਵਗੈਰਾ ਲਿਖਣ ਦਾ ਸ਼ੌਕ ਆ, ਤੁਸੀਂ ਯਾਰ ਇੱਕ ਸੰਡੇ ਦੇ ਵਿੱਚ ਇੱਕ ਮੈਗਜ਼ੀਨ ਦਾ ਪੇਜ ਬਣਾਓ। ਉਹ ਕਹਿੰਦੇ ਤੁਸੀਂ ਤਿਆਰ ਕਰ ਦਿਓ। ਤਾਂ ਪਹਿਲਾ ਪੇਜ ਜਿਹੜਾ ਮੈਂ ਮੈਗਜ਼ੀਨ ਦਾ ਉੱਥੇ ਤਿਆਰ ਕੀਤਾ 1973 ਦੇ ਵਿੱਚ ਤਿਆਰ ਕੀਤਾ। ਔਰ ਉਹ ਫਿਰ ਸਿਲਸਿਲਾ ਬਣ ਗਿਆ ਵੀ ਹਫ਼ਤੇ ਬਾਅਦ ਇੱਕ ਸੰਡੇ ਦੇ ਵਿੱਚ ਇੱਕ ਪੇਜ ਆਪਾਂ ਉਹ 'ਚ ਕਹਾਣੀਆਂ, ਗਜ਼ਲਾਂ, ਨਜ਼ਮਾਂ ਇਹ ਆਪਾਂ ਉਹ 'ਚ ਛਾਪਣੀਆਂ ਨੇ। ਉਹ ਛਾਪਣੀਆਂ ਸ਼ੁਰੂ ਹੋਈਆਂ, ਮੈਂ ਵੀ ਲਿਖਦਾ ਸੀ, ਮੈਂ ਵੀ ਛਪਦਾ ਰਿਹਾ ਉਹਦੇ ਵਿੱਚ। ਸੋ ਉਹ ਇੱਕ ਸਿਲਸਿਲਾ ਤੁਰ ਪਿਆ। 6 ਮਹੀਨੇ ਬਾਅਦ ਜਾ ਕੇ ਮੈਂ ਉਹਨਾਂ ਨਾਲ ਫਿਰ ਗੱਲ ਕੀਤੀ। ਮੈਂ ਕਿਹਾ ਯਾਰ ਮੈਨੂੰ 6 ਮਹੀਨੇ ਹੋ ਗਏ ਆ ਕੰਮ ਕਰਦਿਆਂ, ਕੋਈ ਮੇਰੀ ਤਨਖਾਹ ਬਾਰੇ ਸੋਚੋ, ਕੁਛ ਕਰ ਦਿਓ। ਮੈਂ ਆਪਣੀ ਚਾਹ ਪੀ ਕੇ ਚੱਲ ਜਾਂਦਾ ਇੱਥੋਂ। ਮੈਨੂੰ ਕਹਿੰਦੇ ਜੀ ਉਹ ਐਡੀਟਰ ਸਾਹਿਬ ਹੁੰਦੇ ਸੀ ਉੱਥੇ, ਭਰਪੂਰ ਸਿੰਘ ਬਲਬੀਰ, ਉਹ ਕਹਿੰਦੇ ਕਿੰਨਾ ਚਾਹ ਦਾ ਬਿੱਲ ਹੁੰਦਾ? ਮੈਂ ਕਹਿੰਦੀ 60 ਰੁਪਏ ਹੁੰਦਾ। ਕਹਿੰਦੇ 60 ਰੁਪਏ ਦਫ਼ਤਰ ਬਿੱਲ ਦੇ ਦਿਆ ਕਰੇਗਾ ਤੁਹਾਡੀ ਚਾਹ ਦਾ, ਹੋਰ ਕੁਝ ਨਹੀਂ ਦੇ ਸਕਦਾ। ਚਲੋ ਠੀਕ ਹੈ। 1975 ਦੇ ਵਿੱਚ ਐਮਰਜੈਂਸੀ ਲੱਗਦੀ ਹੈ। ਐਮਰਜੈਂਸੀ ਲੱਗਦੀ ਆ ਤੇ ਸਾਨੂੰ ਇਹਨਾਂ ਨੇ ਕਿਹਾ, ਸ਼੍ਰੋਮਣੀ ਅਕਾਲੀ ਦਲ ਨੇ, ਵੀ ਤੁਸੀਂ ਐਮਰਜੈਂਸੀ ਦੇ ਖਿਲਾਫ ਅਸੀਂ ਮੋਰਚਾ ਲਾਇਆ ਅੰਮ੍ਰਿਤਸਰ 'ਚ, ਤੇ ਤੁਸੀਂ ਕੌਮੀ ਦਰਦ ਪ੍ਰੈਸ ਵਿੱਚੋਂ ਪੈਫਲੇਟ ਛਾਪ ਕੇ ਲਿਆਉਣੇ ਆ ਐਮਰਜੈਂਸੀ ਦੇ ਖਿਲਾਫ ਔਰ ਅੰਮ੍ਰਿਤਸਰ ਪਹੁੰਚਾਉਣੇ। ਤੇ ਉਹ ਮੈਂ ਐਮਰਜੈਂਸੀ ਦੇ ਖਿਲਾਫ ਉਹ ਪੈਫਲੇਟ ਲਿਖਣੇ, ਲਿਖ ਕੇ ਅਸੀਂ ਰਾਤ ਨੂੰ ਉੱਥੇ ਪ੍ਰੈਸ 'ਚ ਛਾਪਣੇ। ਉਹਨੂੰ ਬਿਸਤਰੇ ਬੰਨ੍ਹ ਕੇ ਰਾਤੀ 11:30 ਵਜੇ ਬੱਸ ਚੱਲਦੀ ਸੀਗੀ ਜਲੰਧਰੋਂ ਅੰਮ੍ਰਿਤਸਰ ਲਈ, ਉਹਦੇ ਉੱਤੇ ਅਸੀਂ ਬੱਸ ਦੇ ਉੱਤੇ ਰੱਖ ਕੇ ਤੇ ਇੱਥੇ ਅੰਮ੍ਰਿਤਸਰ ਲੈ ਕੇ। ਅੱਛਾ, ਫਿਰ ਉਸ ਗੱਲ ਦੀ ਤਫਤੀਸ਼ ਹੋਣੀ ਸ਼ੁਰੂ ਹੋਈ ਵੀ ਇਹ ਪੈਫਲੇਟ ਕਿੱਥੋਂ ਛਪ ਰਹੇ ਆ। ਅੰਮ੍ਰਿਤਸਰ ਦੇ ਡੀਸੀ ਨੇ ਕਿਹਾ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਨਹੀਂ ਛਪਦੇ। ਇੱਥੇ ਰਾਮਗੋਪਾਲ ਜਲੰਧਰ ਦੇ ਵਿੱਚ ਹੁੰਦਾ ਸੀ ਉਸ ਵੇਲੇ ਡੀਸੀ। ਉਹਨਾਂ ਰਾਮਗੋਪਾਲ ਨੂੰ ਕਿਹਾ ਵੀ ਇਹਨਾਂ ਦੀ ਅਖਬਾਰ ਉੱਥੇ ਨਿਕਲਦੀ ਆ, ਜਰਾ ਚੈੱਕ ਕਰੋ ਵੀ ਉੱਥੋਂ ਤਾਂ ਨਹੀਂ ਛਪਦੇ। ਫਿਰ ਉਹ ਇੱਕ ਦਿਨ ਉਹਨਾਂ ਨੇ ਉੱਥੇ ਛਾਪਾ ਮਾਰਿਆ ਔਰ ਛਪਦੇ ਹੋਏ ਉਹਨਾਂ ਨੇ ਇਸ਼ਤਿਹਾਰ ਛਪ ਰਹੇ ਸੀਗੇ, ਜਿਸ ਵੇਲੇ ਡੀਸੀ ਨੇ ਫੜ ਲਿਆ। ਉਸ ਤੋਂ ਬਾਅਦ ਉੱਥੇ ਲੋਕ ਲੱਗ ਗਿਆ। ਮੈਂ ਵੀ ਉਸ ਵੇਲੇ ਉੱਥੋਂ ਨੌਕਰੀ ਛੱਡ ਕੇ ਪਾਸੇ ਹੋਏ, ਦਾ ਅਖਬਾਰ ਹੀ ਬੰਦ ਹੋ ਗਿਆ। ਸੋ ਲੇਕਿਨ ਮੇਰੀ ਅਖਬਾਰਾਂ ਵੱਲ ਐਂਟਰੀ ਇਦਾਂ ਹੋਈ। ਫਿਰ ਮੈਂ ਅੰਮ੍ਰਿਤਸਰ ਆਇਆ। ਹੁਣ ਗੁਰਚਰਨ ਸਿੰਘ ਟੌੜਾ ਹੋਣੇ ਸਾਰੇ ਮੇਰੇ ਵਾਕਫ ਸੀਗੇ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ, ਮੈਨੂੰ ਕਹਿਣ ਲੱਗੇ ਵੀ ਕਿੰਨੀ ਤੇਰੀ ਕੁਆਲੀਫਿਕੇਸ਼ਨ ਕਿੰਨੀ ਆ? ਮੈਂ ਕਿਹਾ ਜੀ ਮੈਂ ਤੂੰ ਉੱਥੇ ਅਖਬਾਰ 'ਚ ਬੈਠਾ ਕੀ ਕਰਦਾ ਸੀਗਾ? ਸਾਡੇ ਕੋਲ ਆ ਤੂੰ ਉੱਥੇ। ਉਹਨਾਂ ਮੈਨੂੰ ਗੁਰਮਤਿ ਪ੍ਰਕਾਸ਼ ਤੇ ਗੁਰਦੁਆਰਾ ਗਜ਼ਟ ਕਹਿੰਦੇ ਜੀ ਐਡਿਟ ਕਰਿਆ ਕਰੋ। ਉਹ ਮਤਲਬ ਉੱਥੋਂ 75 ਤੋਂ ਲੈ ਕੇ 78 ਤੱਕ ਮੈਂ ਉੱਥੇ ਰਿਹਾ 3 ਸਾਲ। ਔਰ ਉਸ ਤੋਂ ਬਾਅਦ ਜਦੋਂ ਮੈਨੂੰ ਉਹਨਾਂ ਨੇ ਪਬਲਿਸਿਟੀ ਇੰਚਾਰਜ ਬਣਾਤਾ, ਮੈਂ ਖਬਰਾਂ ਲੈ ਕੇ ਜਲੰਧਰ ਆਉਂਦਾ ਹੁੰਦਾ ਸੀਗਾ ਤੇ ਪੰਜਾਬ ਕੇਸਰੀ ਗਰੁੱਪ 'ਚ ਵੀ ਜਾਣਾ। ਤੇ ਮਿਸਟਰ ਰਮੇਸ਼ ਚੰਦਰ ਹੁੰਦਾ ਸੀ ਐਡੀਟਰ, ਉਹਨਾਂ ਮੈਨੂੰ ਕਿਹਾ ਬੇਦੀ ਸਾਹਿਬ ਤੁਸੀਂ ਰੋਜ਼ ਜਲੰਧਰੋਂ ਅੰਮ੍ਰਿਤਸਰ ਜਾਂਦੇ ਹੋ? ਮੈਂ ਕਿਹਾ ਹਾਂ। ਤੇ ਕਹਿੰਦੇ ਸਾਡੇ ਕੋਲ ਆ ਜਾਓ, ਅਸੀਂ ਲੱਗੇ ਅਖਬਾਰ ਸ਼ੁਰੂ ਕਰਨ। ਮੈਂ ਕਿਹਾ ਚਲੋ ਵਿਚਾਰ ਕਰ ਲੈਂਦੇ। ਇੱਦਾਂ ਮੇਰਾ ਜਗਬਾਣੀ ਦੇ ਵਿੱਚ ਆਉਣਾ ਹੋਇਆ। ਔਰ ਜਗਬਾਣੀ 'ਚ ਜਾਂਦੇ ਹੀ ਮੈਨੂੰ ਉਹਨਾਂ ਨੇ ਸਵਾਲ ਕੀਤਾ ਵੀ ਤੁਸੀਂ ਕਦੀ ਅਖਬਾਰ 'ਚ ਕੰਮ ਕੀਤਾ? ਮੈਂ ਕਿਹਾ ਜੀ ਮੈਂ ਕੌਮੀ ਦਰਦ ਦੇ ਵਿੱਚ ਸੰਡੇ ਦੇ ਪੇਜ ਬਣਾਉਂਦਾ ਰਿਹਾ। ਉਹ ਕਹਿੰਦੇ ਆ ਜਾਓ। ਉਹਨਾਂ ਫਿਰ ਮੈਨੂੰ ਉੱਧਰ ਮੈਗਜ਼ੀਨ ਵਾਲੇ ਪਾਸੇ ਉਹਨਾਂ ਨੇ ਸੈੱਟ ਕਰ। ਬੇਦੀ ਸਾਹਿਬ, ਇੱਥੇ ਤੁਸੀਂ ਕੁਝ ਪੰਜਾਬੀ ਫਿਲਮਾਂ ਦੀਆਂ ਸਕ੍ਰਿਪਟ ਰਾਈਟਰ ਵੀ ਜੇ, ਤੁਸੀਂ ਸਟੋਰੀਆਂ ਵੀ ਲਿਖੀਆਂ, ਫਿਲਮਾਂ ਦੇ ਨਾਲ ਤੁਸੀਂ ਜੁੜੇ ਰਹੇ, ਉਹਨਾਂ ਦੇ ਡਾਇਲੌਗ ਦੂਸਰਾ, ਹੈ ਨਾ। ਇਹ ਜਿਹੜਾ ਪੰਜਾਬੀ ਸਾਹਿਤ ਆ, ਕਿਉਂਕਿ ਨਿਕਲਦਾ ਤਾਂ ਮਤਲਬ ਕਹਾਣੀ ਦੇ ਵਿੱਚੋਂ ਹੀ ਹੈ ਨਾ, ਸਾਰਾ ਕੁਛ ਨਿਕਲਦਾ ਤੇ ਜੋ ਸਮਾਜ 'ਚ ਤੁਹਾਡੇ ਆਲੇ ਦੁਆਲੇ ਵਾਪਰ ਰਿਹਾ ਉਹ ਦਿਖਦਾ। ਆਪਾਂ ਸਮੁੱਚੇ ਸਾਹਿਤ ਦੀ ਉਹਦੇ 'ਚ ਕਵਿਤਾ ਵੀ ਆ, ਜਿਹੜਾ ਮੇਰਾ ਸਵਾਲ, ਉਹ 'ਚ ਕਹਾਣੀ ਵੀ ਆ, ਉਹਦੇ 'ਚ ਨਾਵਲ ਵੀ ਆ, ਉਹਦੇ 'ਚ ਨਿਬੰਧ ਵੀ ਆ। ਇਹ ਫਿਲਮਾਂ ਦਾ ਜਾਨੀ ਪੰਜਾਬੀ ਸਟੋਰੀ ਦਾ ਜਿਹੜਾ ਫਿਲਮਾਂ ਦੇ ਵਿੱਚ ਦਾਖਲ ਹੋਣਾ, ਮਤਲਬ ਆਪਣੇ ਰਾਈਟਰਸ ਦਾ ਜਿਹੜਾ ਮਿਆਰੀ ਸਾਹਿਤ ਆ, ਉਹ ਇੱਕ ਫਿਲਮੀ ਤੇ ਨਗਰੀ ਵੱਖਰੀ ਆ, ਫਿਲਮੀ ਦੁਨੀਆ ਵੱਖਰੀ ਆ। ਜਿਹੜਾ ਬੜੇ ਇੰਟਲੈਕਚੁਅਲ ਪੱਧਰ ਤੇ ਸਾਹਿਤ ਜਿਹੜਾ ਲਿਖਿਆ ਗਿਆ, ਉਹਨੂੰ ਫਿਲਮਾਂ ਨੇ ਕਿੰਨਾ ਕੁ ਕਬੂਲਿਆ ਉਸ ਗੱਲ ਨੂੰ, ਜਾਂ ਮਤਲਬ ਜਿਹੜੀਆਂ ਅਸੀਂ ਫਿਲਮਾਂ ਦੇਖਦੇ ਹਾਂ, ਜਿਹੜੇ ਫਿਲਮਾਂ 'ਚ ਆਪਾਂ ਪਾਤਰ ਦੇਖਦੇ ਹਾਂ, ਹੈ ਨਾ, ਮੇਰਾ ਜਿਹੜਾ ਸਵਾਲ ਆ ਉਹ ਲੇਖਕ ਤੇ, ਮਤਲਬ ਲੇਖਕ ਆਪਣਾ ਜਿਹੜਾ ਪੰਜਾਬੀ ਰਾਈਟਰ ਆ, ਹਿੰਦੀ ਆ, ਉਹਨੂੰ ਕਿੰਨਾ ਕੁ ਕਬੂਲ ਰਿਹਾ, ਜਾਂ ਫਿਲਮਾਂ ਦਾ, ਮੇਰਾ ਜਿਹੜਾ ਅਸਲੀ ਗੱਲ ਮੈਂ ਪੁੱਛਣੀ ਚਾਹੁੰਦਾ, ਫਿਲਮਾਂ ਦਾ ਤੇ ਪੰਜਾਬੀ ਸਾਹਿਤ ਦਾ। ਇਹ ਪੰਜਾਬੀ ਸਿਨੇਮੇ ਦੀ ਨਹੀਂ ਮੈਂ ਗੱਲ ਕਰ ਰਿਹਾ, ਟੋਟਲ ਓਵਰਆਲ ਸਿਨੇਮੇ ਦੀ ਗੱਲ ਕਰ ਰਿਹਾ। ਸਾਹਿਤ ਦਾ ਮਤਲਬ ਫਿਲਮ ਨਗਰੀ ਦੇ ਨਾਲ ਕਿੱਦਾਂ ਕੁ ਸੰਬੰਧ ਆ ਤੇ ਕਿੰਨਾ ਕੁ ਇਹਨਾਂ ਤੇ ਪ੍ਰਭਾਵ ਆ ਇੱਕ ਦੂਸਰੇ ਦਾ, ਮਤਲਬ ਕਿੱਦਾਂ ਜੁੜੇ ਹੋਏ ਸਾਰਾ ਕੁਛ, ਇਹ ਤੁਸੀਂ ਦੱਸੋ। ਮੈਂ ਤੁਹਾਨੂੰ ਨਾ
ਇੱਕ ਦੋ ਨਿੱਕੀਆਂ ਗੱਲਾਂ ਕਰਨੀਆਂ ਨੇ ਇਹਦੇ ਬਾਰੇ ਚ। ਗੁਰਦਿਆਲ ਸਿੰਘ ਸਾਡੇ ਪੰਜਾਬੀ ਦੇ ਬੜੇ ਬਹੁਤ ਵੱਡੇ ਲੇਖਕ ਹੋਏ। ਅੱਜ ਤੱਕ NFDC ਨੇ 2 ਫਿਲਮਾਂ ਬਣਾਈਆਂ ਨੇ। ਉਹ ਦੋਵੇਂ ਫਿਲਮਾਂ ਗੁਰਦਿਆਲ ਸਿੰਘ ਉਹਨਾਂ ਦੇ ਨਾਵਲਾਂ ਉੱਤੇ ਬਣਾਈਆਂ। ਅੰਨੇ ਘੋੜੇ ਦਾ ਦਾਨ ਔਰ ਇਸ ਤੋਂ ਪਹਿਲਾਂ ਮੜੀ ਦਾ ਦੀਵਾ। ਮੜੀ ਦਾ ਦੀਵਾ ਜਿਹੜੀ ਫਿਲਮ ਸੀਗੀ ਉਹ ਸੁਰਿੰਦਰ ਸਿੰਘ ਨਾਂ ਦੇ ਇੱਕ ਡਾਇਰੈਕਟਰ ਸੀਗੇ, ਸਾਡੇ ਜਲੰਧਰ ਦੇ ਰਹਿਣ ਵਾਲੇ ਸੀ। ਉਹਨਾਂ ਨੇ ਬਣਾਈ ਸੀ, ਲੇਕਿਨ ਉਹ 'ਚ ਰਾਜ ਬੱਬਰ ਹੀਰੋ ਸੀਗਾ। ਔਰ ਉਹ ਫਿਲਮ ਜਿਹੜੀ ਆ, ਉਹ ਫਿਲਮ ਲੋਕਾਂ ਨੇ ਦੇਖੀ ਆ, ਫਿਲਮ ਲੋਕਾਂ ਨੂੰ ਪਸੰਦ ਆਈ ਆ, ਸਮਝ ਆਈ। ਅੰਨੇ ਘੋੜੇ ਦਾ ਦਾਨ ਗੁਰਵਿੰਦਰ ਸਿੰਘ ਨੇ ਬਣਾਈ। ਦੇਖੋ ਇਹ ਜਿਹੜੇ ਮੀਡੀਅਮ ਆ ਨਾ, ਜਿਹੜੇ ਮਾਧਿਅਮ ਨੇ, ਸਾਡਾ ਲਿਟਰੇਚਰ ਆ, ਲਿਟਰੇਚਰ ਤੋਂ ਫਿਰ ਤੁਸੀਂ ਇਹਨੂੰ ਆਡੀਓ ਚ ਲੈ ਜਾਂਦੇ ਹੋ, ਤੁਸੀਂ ਇਹਨੂੰ ਵੀਡੀਓ ਚ ਲੈ ਜਾਂਦੇ ਹੋ। ਤੇ ਜਦੋਂ ਅੱਗੇ ਜਿਹੜੇ ਮਾਧਿਅਮ ਚ ਜਾਂਦੀ ਆ ਨਾ, ਉਹਦੇ ਵਿੱਚ ਉਹ ਵੱਖਰੀ ਮਤਲਬ ਉਹਦੀ ਇੰਨੀ ਕੁ ਤਾਕਤ ਬਣ ਜਾਂਦੀ ਆ ਵੀ ਉਹ ਥੋੜਾ ਜਿਹਾ ਹੋਰ ਨਿਖਰ ਕੇ ਆਉਂਦੀ ਚੀਜ਼। ਔਰ ਗੁਰਵਿੰਦਰ ਸਿੰਘ ਦੀ ਫਿਲਮ ਨਾਲ ਕੀ ਹੋਇਆ ਵੀ ਅੰਨੇ ਘੋੜੇ ਦਾ ਦਾਨ, ਜੇ ਨਾਵਲ ਪੜ੍ਹੋ ਨਾਵਲ ਸਮਝ ਆ ਰਿਹਾ, ਪਰ ਫਿਲਮ ਵੇਖੋ ਫਿਲਮ ਸਮਝ ਨਹੀਂ ਆ ਰਹੀ। ਮਤਲਬ ਇਹ ਆ ਵੀ ਜਦੋਂ ਡੂੰਘਾ ਲਿਟਰੇਚਰ ਜਿਹੜਾ ਸਾਹਿਤ ਰਚਿਆ ਜਾਂਦਾ ਨਾ, ਜੇ ਉਹਨੂੰ ਤੁਸੀਂ ਫਿਲਮ ਦੇ ਪਰਦੇ ਉੱਤੇ ਦਿਖਾਉਣਾ ਹੈ ਤਾਂ ਉਹਨੂੰ ਤੁਹਾਨੂੰ ਸੌਖਿਆਂ ਢੰਗ ਨਾਲ ਪੇਸ਼ ਕਰਨਾ ਪਊਗਾ, ਤਾਂ ਕਿ ਆਮ ਦਰਸ਼ਕ ਦੇ ਉਹ ਗੱਲ ਦਿਮਾਗ 'ਚ ਪੈ ਜਾਵੇ। ਗੁਰਵਿੰਦਰ ਸਿੰਘ ਦਾ ਸ਼ੋਅ ਉੱਥੇ USA ਦੇ ਵਿੱਚ ਹੋਇਆ ਤਾਂ ਉਹ ਪੱਗਾਂ ਵਾਲਿਆਂ ਨੂੰ ਪਹਿਲਾਂ ਫੜਿਆ, ਜਿੰਨੇ ਉੱਥੇ ਦਰਸ਼ਕ ਲੋਕੀ ਬੈਠੇ ਸੀਗੇ, ਉਹ ਕਹਿੰਦੇ ਯਾਰ ਸਾਨੂੰ ਸਮਝਾਓ ਤਾਂ ਸਹੀ ਇਹ ਗੱਲ ਕੀ ਦਿਖਾਈ ਹੈ ਫਿਲਮ ਦੇ ਵਿੱਚ। ਔਰ ਉਹ ਗੁਰਵਿੰਦਰ ਸਿੰਘ ਨੂੰ ਸਟੇਜ ਦੇ ਉੱਤੇ ਆ ਕੇ ਦੱਸਣਾ ਪਿਆ ਵੀ ਅਸਲ 'ਚ ਕਹਾਣੀ ਕੀ ਹੈ। ਮੇਰਾ ਮਤਲਬ ਆ ਜੇ ਡਾਇਰੈਕਟਰ ਨੂੰ ਦੱਸਣਾ ਪੈ ਗਿਆ ਵੀ ਅਸਲ 'ਚ ਕਹਾਣੀ ਆ, ਫਿਰ ਉਸ ਮੀਡੀਅਮ 'ਚ ਜਾਣ ਦਾ, ਉਸ ਲਿਟਰੇਚਰ ਨੂੰ ਕੋਈ ਫਾਇਦਾ ਨਹੀਂ। ਤੁਸੀਂ ਕੋਈ ਚੀਜ਼ ਲਿਖੀ ਆ, ਤੁਸੀਂ ਕੋਈ ਨਜ਼ਮ ਲਿਖਦੇ ਹੋ, ਤੁਹਾਡੀ ਨਜ਼ਮ ਸ਼ਿੰਗਾਰ ਕੇ ਕੋਈ ਦੀ ਵੀਡੀਓ ਬਣਾਉਂਦਾ ਤਾਂ ਉਹਦੇ ਵਿੱਚ ਦ੍ਰਿਸ਼ ਇਹੋ ਜਿਹੇ ਪਾਉਂਦਾ, ਸਭ ਕੁਝ ਚੀਜ਼ ਇਹੋ ਜਿਹੀ ਪਾਉਂਦਾ, ਔਰ ਤੁਹਾਡੀ ਜਿਹੜੀ ਨਜ਼ਮ ਆ, ਜਿਹਨਾਂ ਲੋਕਾਂ ਦੇ ਪਹਿਲਾਂ ਸਮਝ ਨਹੀਂ ਸੀ ਆਈ, ਉਹਨਾਂ ਦੇ ਵੀ ਆ ਜਾਂਦੀ ਕਿ ਬੰਦਾ ਕੀ ਗੱਲ ਕਰਨੀ ਚਾਹੁੰਦਾ। ਤੇ ਜੇ ਇਹੀ ਨਹੀਂ ਹੋਇਆ, ਫਿਰ ਆਪਾਂ ਨੂੰ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ 'ਚ ਜਾਣ ਦੀ ਲੋੜ ਕੀ ਹੈ। ਪੰਜਾਬੀ ਲਿਟਰੇਚਰ ਦੇ ਵਿੱਚ ਹੁਣ ਜਿਹੜਾ ਪੰਜਾਬੀ ਫਿਲਮਾਂ ਬਣਾਉਂਦੇ ਆ, ਇਸੇ ਕਰਕੇ ਇਹਨਾਂ ਤੋਂ ਦੂਰ ਭੱਜਦੇ ਆ ਵੀ ਇਹ ਲੋਕ ਜਿਹੜੇ ਨੇ ਇਹ ਇੱਕ ਜਗ੍ਹਾ ਤੇ ਸਟਿਫ ਨੇ। ਜੇ ਉਹਨਾਂ ਨੂੰ ਕਹਿੰਦੇ ਕਿ ਮੇਰੀ ਇੱਕ ਲਾਈਨ ਦੇ ਉੱਤੇ ਫਿਲਮ ਬਣਾ ਦਿਓ ਤਾਂ ਬਣਾ ਦੇਣਗੇ ਉਸੇ ਵੇਲੇ, ਪਰ ਤੁਹਾਡੇ ਪੂਰੇ ਸਮੁੱਚੇ ਨਾਵਲ ਨੂੰ ਚੁੱਕ ਕੇ ਉਹ ਫਿਲਮ ਨਹੀਂ ਬਣਾਉਣਗੇ। ਇਹ ਤਾਂ ਅੰਮ੍ਰਿਤਾ ਪ੍ਰੀਤਮ ਵਾਲੇ ਹੋ ਗਿਆ। ਅੰਮ੍ਰਿਤਾ ਪ੍ਰੀਤਮ ਦੇ ਮਰਨ ਤੋਂ ਬਾਅਦ ਉਹ ਪਿੰਜਰ ਫਿਲਮ ਬਣਾਈ ਫਿਰ ਮਤਲਬ ਗੁਲਜ਼ਾਰ। ਔਰ ਗੁਲਜ਼ਾਰ ਉਹਨਾਂ ਨੇ ਜਦੋਂ ਕਿਹਾ ਸੀਗਾ ਵੀ ਬੀਬੀ ਇਹ ਜਿਹੜਾ ਪਹਿਲਾ ਚੈਪਟਰ ਹੈ ਇਹਦੇ ਉੱਤੇ ਮੈਂ ਫਿਲਮ ਬਣਾਵਾਂਗਾ, ਬਾਕੀ ਸਟੋਰੀ ਮੈਂ ਆਪ ਲਿਖਾਂਗਾ, ਕਿਉਂਕਿ ਮੈਂ ਵੀ ਪਾਕਿਸਤਾਨ ਤੋਂ ਆਇਆ, ਸਭ ਕੁਝ ਆਇਆ ਤੇ ਮੈਂ ਵੀ। ਸੋ ਇਸ ਕਰਕੇ ਸਾਡੇ ਜਿਹੜੇ ਰਾਈਟਰ ਨੇ ਨਾ, ਉਹ ਬਹੁਤ ਇਸ ਗੱਲ ਦੇ ਉੱਤੇ ਚਾਹੁੰਦੇ ਤਾਂ ਹੈ ਵੀ ਸਾਡੀ ਕਿਸੇ ਰਚਨਾ ਦੇ ਉੱਤੇ ਫਿਲਮ ਬਣ ਜਾਵੇ, ਪਰ ਉਹ ਚਾਹੁੰਦੇ ਵੀ ਇਹ ਜਿਹੜੀ ਗੱਲ ਅਸੀਂ ਲਿਖੀ ਹੈ, ਇਹ ਉਹ ਡਾਇਰੈਕਟਰ, ਉਹ ਲੋਕ ਜਿਹੜੇ ਨੇ, ਐਕਟਰ ਜਿਹੜੇ ਨੇ, ਉਹ ਇਸ ਕਹਾਣੀ ਦੇ ਵਿੱਚੋਂ ਕੱਢ ਸਕਣਗੇ ਅਸੀਂ ਕੀ ਕਹਿਣਾ ਚਾਹੁੰਦੇ। ਜੇ ਉਹੀ ਚੀਜ਼ ਨਾ ਨਿਕਲੀ ਫਿਰ ਉਹ ਇਸ ਕਰਕੇ ਚੁੱਪ ਨੇ। ਪਰ ਮੇਰੇ ਖਿਆਲ ਦੇ ਵਿੱਚ ਜਿਹੜਾ ਲੋਕਾਂ ਨੇ ਇਹ ਚੀਜ਼ਾਂ ਲਿਖੀਆਂ ਨੇ ਨਾ, ਜਿਹੜੇ ਲੋਕ ਸੋਚਦੇ ਨੇ ਵੀ ਇੱਥੇ ਫਿਲਮ ਬਣਨੀ ਚਾਹੀਦੀ ਹੈ, ਉਹ ਇਸੇ ਢੰਗ ਨਾਲ ਹੀ ਲਿਖਦੇ ਤੇ ਫਿਰ ਫਿਲਮ ਬਣਦੀ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ। ਮੈਂ ਇੱਕ ਕਿਸੇ ਨੇ ਫਿਲਮ ਰਖਵਾਈ, ਕੋਈ ਦਿੱਲੀ ਦੀ ਬੀਬੀ, ਉੱਥੇ ਬੰਬੇ ਦੀ ਬੀਬੀ ਸੀਗੀ। ਉਹ ਮੈਨੂੰ ਕਹਿਣ ਲੱਗੀ ਜਦੋਂ ਕਾਮੇਡੀ ਫਿਲਮਾਂ ਚੱਲ ਰਹੀਆਂ ਸੀ ਪੰਜਾਬੀ 'ਚ, ਮੈਨੂੰ ਕਹਿੰਦੀ ਜੀ ਇੱਕ ਤੁਸੀਂ ਸਾਨੂੰ ਕਾਮੇਡੀ ਫਿਲਮ ਲਿਖ ਦਿਓ। ਮੈਂ ਜੀ ਉਹ ਇੱਕ ਵਿਆਹ ਦੇ ਮਸਲੇ ਨੂੰ ਲੈ ਕੇ ਵੀ ਇੱਕ ਮੁੰਡਾ ਆ, ਉਹ ਵਿਆਹ ਵਾਸਤੇ ਲੜਕੀਆਂ ਵੇਖਦਾ ਪਿਆ, ਉਹਦੇ ਵਿੱਚ ਸਾਰੀ ਕਹਾਣੀ ਉਸ ਫਿਲਮ ਦੀ ਵੀ ਬਾਰ-ਬਾਰ ਲੜਕੀਆਂ ਵੇਖਦਾ ਔਰ ਕੀ ਉੱਥੇ ਗੱਲਾਂ ਹੁੰਦੀਆਂ ਨੇ। ਇੱਕ ਕਾਮੇਡੀ ਮੈਂ ਲਿਖ ਦਿੱਤੀ ਬੜੀ ਸ਼ਾਨਦਾਰ। ਮੈਂ ਬੀਬੀ ਨੂੰ ਕਿਹਾ ਮੈਂ ਕਾਮੇਡੀ ਲਿਖ ਦਿੱਤੀ। ਉਹਨੇ ਮੈਨੂੰ 25,000 ਰੁਪਈਆ ਵੀ ਦਿੱਤਾ ਸਾਈਨਿੰਗ ਅਮਾਊਂਟ। ਫਿਰ ਮੈਂ ਉਹਨੂੰ ਲਾਈਨ ਭੇਜੀ, ਮੈਂ ਕਿਹਾ ਇਹ ਲਾਈਨ ਬਣਦੀ ਆ। ਮੈਨੂੰ ਕਹਿੰਦੀ ਲਿਖ ਦਿਓ, ਪੂਰੀ ਲਿਖ ਦਿਓ। ਉਹ ਮੈਂ ਪੂਰੀ ਲਿਖ ਕੇ ਬੈਠ ਗਿਆ ਔਰ ਮੈਂ ਬੀਬੀ ਨੂੰ ਫੋਨ ਕੀਤਾ। ਪਹਿਲਾਂ ਫੋਨ ਨਹੀਂ ਚੱਕਿਆ, ਫਿਰ ਚੱਕਿਆ ਉਹਨੇ। ਕਹਿੰਦੇ ਹੁਣ ਤਾਂ ਕਾਮੇਡੀ ਫਿਲਮਾਂ ਚੱਲਦੀਆਂ ਨੇ ਪੰਜਾਬੀ ਦੇ ਵਿੱਚ, ਹੁਣ ਨਹੀਂ ਚੱਲਦੀਆਂ। ਮੈਂ ਕਿਹਾ ਤੁਸੀਂ ਨਹੀਂ ਬਣਾਉਣੀ? ਨਹੀਂ ਬਣਾਉਣੀ। ਅਗਲੀ ਗੱਲ, ਹੁਣ ਵਿਸ਼ਾਲ ਜੀ ਮੈਂ ਕੀ ਕੀਤਾ ਵੀ ਉਹ ਫਿਲਮ, ਉਹ ਜਿਹੜੀ ਕਹਾਣੀ ਮੈਂ ਫਿਲਮ ਵਾਸਤੇ ਲਿਖੀ ਸੀ, ਹੁਣ ਮੈਂ ਨਾਵਲ ਦੇ ਰੂਪ ਵਿੱਚ ਦੇ ਰਿਹਾ ਛਪਵਾ ਕੇ। ਤੁਸੀਂ ਦੇਖੋ ਨਾ, ਇਹ ਗੱਲ ਉਲਟਾ ਬਿਲਕੁਲ ਵੀ ਇੱਕ ਤਾਂ ਤੁਹਾਡੀ ਰਚਨਾ ਜਿਹੜੀ ਹੈ ਉਹਦੇ ਉੱਤੇ ਫਿਲਮ ਬਣ ਜਾਵੇ, ਇੱਕ ਤੁਸੀਂ ਫਿਲਮ ਲਈ ਲਿਖੀ ਕਹਾਣੀ ਹੈ ਉੱਤੇ ਤੁਸੀਂ ਨਾਵਲ ਕਰਦੇ। ਸੋ ਉਹ ਇਦਾਂ ਦੀ ਚੀਜ਼ ਹੁੰਦੀ ਆ। ਇਹਦੇ ਵਿੱਚ ਕਾਰਨ ਸਿਰਫ ਇਹੋ ਹੀ ਆ ਵੀ ਅਸੀਂ ਮਸਲੇ ਆਪਣੀਆਂ ਕਹਾਣੀਆਂ 'ਚ, ਨਾਵਲਾਂ 'ਚ ਉਹ ਲੈਂਦੇ ਆ ਜਿਹੜੇ ਫਿਲਮਾਂ ਵਾਲਿਆਂ ਲਈ ਪਰਦੇ ਉੱਤੇ ਦਿਖਾਉਣੇ ਔਖੇ ਹੋ ਜਾਂਦੇ ਆ।
ਫਿਰ ਉਹ ਕਹਿੰਦੇ ਐਕਸਚੇਂਜ ਕਰਨੀ ਹੈ, ਫਿਰ ਅਸੀਂ ਕੰਪਰੋਮਾਈਜ਼ ਨਹੀਂ ਕਰਦੇ ਕਿਸੇ ਗੱਲ ਦੇ ਉੱਤੇ। ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਤੇ ਇੱਕ ਲਾਈਨ ਤੁਹਾਡੀ ਲੈਣ ਵਾਲੇ ਨੇ, ਬਾਕੀ ਲਾਈਨਾਂ ਕਹਿੰਦੇ ਅਸੀਂ ਲਿਖ ਲਾਂਗੇ। ਅੱਛਾ, ਇੱਕ ਗੱਲ ਹੋਰ ਆ ਪੰਜਾਬੀ ਕਹਾਣੀ ਦੇ ਨਾਲ ਹੀ ਜੁੜਦੀ ਆ। ਆਪਣਾ ਦੇਸ ਰਾਜ ਕਾਲੀ ਤੁਹਾਡੇ ਜਲੰਧਰ ਦੇ ਆ ਕਹਾਣੀਕਾਰ, ਉਹਨੇ ਨਾਵਲ ਵੀ ਬਰਾਬਰ ਲਿਖ ਲਿਆ, ਉਹਦੀ ਹਿੰਦੀ ਇੰਗਲਿਸ਼ ਵਿੱਚ ਟ੍ਰਾਂਸਲੇਟ ਹੋ ਰਿਹਾ ਸਾਰਾ ਕੁਝ। ਮਤਲਬ ਇਹ ਦੇਸ ਰਾਜ ਕਾਲੀ ਦੀ ਜਿਹੜੀ ਮਤਲਬ ਤਸੀਹੇ ਕਦੇ ਬੁੱਢੇ ਨਹੀਂ ਹੁੰਦੇ, ਉਹਦਾ ਨਾਵਲ ਆਇਆ ਹੈ ਨਾ, ਠੀਕ ਹੈ। ਉਹਦੀ ਕਹਾਣੀਆਂ ਮਤਲਬ ਕਿੰਨੀਆਂ ਸਾਰੀਆਂ ਕਿਤਾਬਾਂ ਹੋਈਆਂ। ਉਹ ਮੈਨੂੰ ਘੱਟੋ ਘੱਟ ਮਤਲਬ ਜਿੱਦਾਂ ਜਸਵੀਰ ਰਾਣਾ ਕਹਾਣੀ ਲਿਖ ਰਿਹਾ, ਉਹਨਾਂ ਦਾ ਜਿਹੜੀ ਕਹਾਣੀ 'ਚ ਪਾਤਰਾਂ ਦੀ ਪ੍ਰੋਬਲਮ ਆ, ਮਤਲਬ ਕਿਤੇ ਇੱਕ ਜਗ੍ਹਾ ਤੇ ਜਾ ਕੇ ਉਹਨਾਂ ਦੀ ਮਿਲਦੀ ਆ, ਉਹਨਾਂ ਦੀ ਪੇਸ਼ਕਾਰੀ ਵੀ ਲਗਭਗ ਇੱਕੋ ਜਿਹੀ ਲੱਗਦੀ ਹੈ ਨਾ। ਇਹ ਸਵਾਲ ਵੀ ਮੇਰਾ ਹੋ ਗਿਆ, ਜਵਾਬ ਵੀ ਹੋ ਗਿਆ। ਤੁਹਾਡਾ ਇਹਦੇ ਬਾਰੇ ਕੀ ਖਿਆਲ ਆ? ਮਤਲਬ ਤੁਸੀਂ ਦੋਨਾਂ ਨੂੰ ਤੁਹਾਡੇ ਸਮਕਾਲੀ ਵੀ ਕਹਿ ਸਕਦੇ ਆਪਾਂ, ਇਹਦੇ ਬਾਰੇ ਤੁਹਾਡਾ ਦੇਸ ਰਾਜ ਕਾਲੀ ਦੀ ਕਹਾਣੀ ਬਾਰੇ ਤੁਹਾਡਾ ਕੀ ਖਿਆਲ? ਨਹੀਂ, ਮੈਨੂੰ ਦੇਖੋ ਦੇਸ ਰਾਜ ਕਾਲੀ ਹੋਣਾ ਮੈਂ ਤਸੀਹੇ ਕਦੀ ਬੁੱਢੇ ਨਹੀਂ ਹੁੰਦੇ। ਹਾਂ, ਮੈਂ ਦੇਖੋ ਜਿਹੜਾ ਸਾਹਿਤ ਆ ਨਾ, ਇੱਕ ਸਾਹਿਤ ਹੁੰਦਾ ਵੀ ਤੁਸੀਂ ਉਹਨੂੰ ਬੜੇ ਸਧਾਰਨਤਾ ਨਾਲ ਪੜ੍ਹ ਜਾਂਦੇ ਹੋ। ਇੱਕ ਸਾਹਿਤ ਤੁਹਾਡੇ ਅੰਦਰ ਖੌਰੂ ਪਾਉਂਦਾ ਯਾਰ ਇਹ ਬੰਦੇ ਨੇ ਕੀ ਲਿਖ ਦਿੱਤਾ। ਮੈਂ ਵੈਸੇ ਦੇਸ ਰਾਜ ਕਾਲੀ ਦਾ ਸਾਹਿਤ ਇਦਾਂ ਦਾ ਮੰਨਦਾ ਵੀ ਬੰਦੇ ਅੰਦਰ ਖੌਰੂ ਪਾਉਂਦਾ, ਪਰ ਇਸ ਖੌਰੂ ਦੀ ਵੀ ਕੋਈ ਸੀਮਾ ਹੋਣੀ ਚਾਹੀਦੀ। ਮੈਂ ਉਹਦਾ ਹੁਣ ਉਹਦਾ ਤਸੀਹੇ ਵਾਲਾ ਨਾਵਲ ਪੜ੍ਹਿਆ, ਮੈਂ ਉਹਦੇ ਬਾਰੇ ਰਿਵਿਊ ਵੀ ਕੀਤਾ ਸੀਗਾ ਔਰ ਮੈਨੂੰ ਦਿਖਾਇਆ ਵੀ ਸੀਗਾ, ਭਾਈ ਮੈਂ ਆਹ ਲਿਖ ਰਿਹਾ। ਤੁਸੀਂ ਇੱਕ ਨਾਵਲ ਲਿਖ ਰਹੇ ਹੋ, ਇੱਕ ਪੰਜਾਬੀ ਸਾਹਿਤ ਦੀ ਇੱਕ ਸਿਨਫ ਹੈ ਨਾਵਲ, ਉਹਦੀ ਇੱਕ ਟ੍ਰੈਡੀਸ਼ਨ ਚਲੀ ਆ ਰਹੀ ਹੈ, ਇਸ ਢੰਗ ਦਾ ਨਾਵਲ ਲਿਖਣਾ ਹੈ। ਤੁਸੀਂ ਉਹ ਟ੍ਰੈਡੀਸ਼ਨ ਤੋੜ ਕੇ ਨਾਵਲ ਲਿਖਦੇ ਹੋ, ਰਚਨਾ ਕਰਦੇ ਹੋ। ਤੁਸੀਂ ਤਸੀਹੇ ਜਿਹੜੇ ਕਦੀ ਬੁੱਢੇ ਨਹੀਂ ਹੁੰਦੇ, ਉਹਦੇ ਵਿੱਚ ਤੁਸੀਂ ਨਿੱਕੇ ਐਪੀਸੋਡ ਭਰ ਦਿੱਤੇ। ਮਤਲਬ ਇੱਕ ਤਸੀਹਿਆਂ ਦੀ ਇੱਕ ਲੜੀ ਬਣ ਦਿੱਤੀ। ਫਿਰ ਤੁਸੀਂ ਉਹਦੇ ਵਿੱਚ ਹੀ ਕਿਸੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਨ ਚਲ ਜਾਂਦੇ ਹੋ, ਉੱਥੇ ਪ੍ਰਧਾਨਗੀ 'ਚ ਬੋਲ ਕੇ ਆਉਂਦੇ ਹੋ। ਫਿਰ ਤੁਸੀਂ ਆਪਣੀ ਵਿੱਚੇ ਆਟੋਬਾਇਓਗ੍ਰਾਫੀ ਸ਼ਾਮਲ ਕਰ ਦਿੰਦੇ ਹੋ। ਫਿਰ ਵਿੱਚੇ ਰਾਮ ਸਰੂਪ ਅਣਖੀ ਦੀ ਕਹਾਣੀ ਜਿਹੜੀ ਹੈ ਕਿਸੇ ਪਾਤਰ ਦੇ ਮੂੰਹ ਸੁਣਾ ਦਿੰਦੇ ਹੋ ਸੁੱਤਾ ਨਾਲ। ਮੈਂ ਇਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਉਸ ਬੰਦੇ ਦਾ ਨਾਮ ਲੈਣ ਤੋਂ ਬਿਨਾਂ ਕਿੱਦਾਂ ਇਸ ਕਹਾਣੀ ਨੂੰ ਸ਼ਾਮਲ ਕਰ ਸਕਦਾ ਵੀ ਉਹ ਮੈਨੂੰ ਉਹ ਕੁੜੀ ਨੇ ਸੁਣਾਤੀ ਕਹਾਣੀ। ਦੂਜੀ ਗੱਲ, ਤੁਸੀਂ ਸਾਹਿਤ ਨੂੰ ਇਸ ਢੰਗ ਨਾਲ ਲਿਖੋ ਵੀ ਕੋਈ ਚੀਜ਼ ਲੋਕਾਂ ਦੀ ਪਕੜ ਵਿੱਚ ਆ ਜਾਏ ਔਰ ਉਹ ਇੱਕ ਵਜਵੇਂ ਰੂਪ ਵਿੱਚ ਆਵੇ। ਜੇ ਵਜਵਾਂ ਰੂਪ ਨਹੀਂ ਉਹਦਾ ਬਣਦਾ, ਜੇ ਉਹ ਸਕੈਟਰਡ ਰਹਿੰਦੀ ਹੈ, ਮੈਂ ਨਹੀਂ ਕਹਿੰਦਾ ਵੀ ਉਹਦਾ ਸਿਰਾ ਬੰਦ ਹੋਣਾ ਚਾਹੀਦਾ ਜੀ, ਇਹਦਾ ਬਹੁਤ ਸ਼ਾਨਦਾਰ ਲਵਲੀ ਐਂਡ ਹੋਇਆ ਜੀ, ਅਖੀਰ ਤੇ ਹੀਰੋ ਹੀਰੋਇਨ ਦਾ ਵਿਆਹ ਹੋ ਗਿਆ, ਮੈਂ ਇਹੋ ਜਿਹੀ ਚੀਜ਼ ਨਹੀਂ ਚਾਹੁੰਦਾ। ਐਂਡ ਓਪਨ ਹੋਣਾ ਚਾਹੀਦਾ, ਲੇਕਿਨ ਉਹਦਾ ਪ੍ਰਭਾਵ ਜਿਹੜਾ ਉਹ ਵਜਵਾਂ ਹੋਣਾ ਚਾਹੀਦਾ। ਦੇਸ ਰਾਜ ਕਾਲੀ ਦੇ ਆ ਕਹਾਣੀਆਂ 'ਚ ਵੀ ਏਦਾਂ ਲੱਭਦਾ ਵੀ ਉਹਦਾ ਵਜਵਾਂ ਪ੍ਰਭਾਵ ਕਿਤੇ ਪੈਂਦਾ ਰਹਿ ਜਾਂਦਾ। ਏਦਾਂ ਹੀ ਉਹਦਾ ਤਸੀਹੇ ਵਿੱਚ ਹੋਇਆ, ਲੇਕਿਨ ਉਹਦੇ ਕੋਲ ਵਿਸ਼ੇ ਬਹੁਤ ਵਧੀਆ ਨੇ, ਬਹੁਤ ਵਧੀਆ ਗੱਲ ਕਰਨ ਲਈ ਉਹਦੇ ਕੋਲ ਹੈ, ਚੀਜ਼ਾਂ ਬਹੁਤ ਹੈਗੀਆਂ ਨੇ। ਉਹਨੇ ਨਿਰਮਲੇ ਸਾਦਾ ਨਾਲ ਵੀ ਰਿਹਾ, ਉਹ ਸਭ ਨਾਲ ਰਿਹਾ, ਵਿਚਰਿਆ, ਨਾਥਾ ਨਾਲ ਵੀ ਰਿਹਾ। ਇਸ ਕਰਕੇ ਉਹਦੇ ਕੋਲ ਬਹੁਤ ਕੁਛ ਹੈ। ਪਰ ਇਸ ਚੀਜ਼ ਨੂੰ ਤੁਸੀਂ ਕਿੱਥੇ ਛੱਡਣਾ, ਕਿੱਥੇ ਇਹਨੂੰ ਫੜਨਾ ਹੈ, ਕਿੱਦਾਂ ਇਹਦੀ ਲੜੀ ਤੋੜਨੀ ਹੈ, ਇਹ ਵੀ ਇੱਕ ਮਾਇਨੇ ਰੱਖਦਾ। ਹੁਣ ਮੈਂ ਇੱਕ ਨਾਵਲ ਆ ਮੇਰਾ ਰੰਗ ਤਮਾਸ਼ਾ। ਰੰਗ ਤਮਾਸ਼ਾ ਨਾਵਲ ਮੇਰੀ ਅਮਰੀਕਾ ਫੇਰੀ ਦੀ ਇੱਕ ਆਪਣਾ ਹੈਗੀ ਆ, ਟਰੈਵਲੌਗ ਹੈਗਾ। ਮੈਂ ਉਹਨੂੰ ਨਾਵਲ 'ਚ ਪਰੋਣਾ ਸੀਗਾ। ਮੈਂ ਕਿਹਾ ਯਾਰ ਇਹਨੂੰ ਨਾਵਲ ਦੇ ਵਿੱਚ ਪਰੋ ਦਈਏ ਆਪਾਂ। ਮੈਂ ਉਹ ਜਿਹੜੇ ਪਾਤਰ ਉੱਥੇ ਗਏ ਸੀ ਸਮੇਤ ਆਪਣੇ ਸਾਰੇ ਪਾਤਰ ਬਣਾ ਕੇ ਆਪਾਂ ਉਹਦੀ ਕਹਾਣੀ ਬਣਾਤੀ। ਮਤਲਬ ਇਹ ਆ ਵੀ ਜਿਹੜੀ ਰਚਨਾ ਹੈ ਨਾ ਉਹ ਤੁਹਾਨੂੰ ਮਜਬੂਰ ਕਰਦੀ ਹੈ ਵੀ ਇਹਨੇ ਰੂਪ ਕਿਹੋ ਜਿਹਾ ਲੈਣਾ। ਪਰ ਉਹ ਰੂਪ ਜਿਹੜਾ ਲਵੇ ਉਹ ਇਹ ਨਾ ਲਵੇ ਵੀ ਉਹ ਜਿਹੜਾ ਬੰਦਾ ਇੱਕ ਪਾਸੇ ਦੇਖੇ ਤੇ ਹੋਰ ਤਰ੍ਹਾਂ ਲੱਗੇ, ਦੂਜੇ ਪਾਸੇ ਦੇਖੇ ਤੇ ਹੋਰ ਤਰ੍ਹਾਂ ਲੱਗੇ, ਔਰ ਉਹਦਾ ਪ੍ਰਭਾਵ ਵੀ ਜਿਹੜਾ ਹੈ ਨਾ ਉਹ ਬੜਾ ਸਮੁੱਚੇ ਰੂਪ ਦੇ ਵਿੱਚ ਪੈਣਾ ਚਾਹੀਦਾ ਹੈ। ਤਸੀਹੇ ਵਿੱਚ ਥੋੜ੍ਹੀਆਂ ਜਿਹੀਆਂ ਉਹਦੀਆਂ ਘਾਟਾਂ ਇਹੋ ਜਿਹੀਆਂ ਹੈਗੀਆਂ ਨੇ, ਐਡੀਟਿੰਗ ਦੀਆਂ ਲਾ ਲਓ ਜਾਂ ਉਸ ਗੱਲ ਨੂੰ ਸਮੇਟਣ ਦੀਆਂ ਲਾ ਲਓ, ਪਰ ਤਸੀਹੇ ਦਾ ਵਿਸ਼ਾ ਬਹੁਤ ਵਧੀਆ ਸੀਗਾ। ਇਹ ਬੇਸ਼ੱਕ ਉਹਨੇ ਇੱਕ ਸਾਡਾ ਇੰਗਲਿਸ਼ ਦੇ ਵਿੱਚ ਨਾਵਲ ਆਇਆ ਸੀਗਾ, ਬੇਸ਼ੱਕ ਉਹਨੇ ਉਹ ਜਿਹੜਾ ਕੈਂਪਾਂ ਦੇ ਉੱਤੇ ਸੀਗਾ, ਤਸੀਹੇ ਦੇ ਕੈਂਪਾਂ ਦੇ ਵਿੱਚ ਉੱਥੋਂ ਉਹਨੇ ਇਹ ਥੋੜ੍ਹਾ ਜਿਹਾ ਪ੍ਰੇਰਿਤ ਹੋ ਕੇ ਉਹਨੇ ਲਿਖਿਆ ਸੀ ਨਾਵਲ ਇਹ। ਲੇਕਿਨ ਇਹ ਥੋੜ੍ਹਾ ਜਿਹਾ ਇਹਨੂੰ ਵਜਵੇਂ ਪ੍ਰਭਾਵ ਦੇ ਵਿੱਚ ਤੁਸੀਂ ਸਾਹਿਤ ਦੀ ਰਚਨਾ ਕਰਦੇ, ਤੁਸੀਂ ਨਜ਼ਮ ਲਿਖਦੇ, ਉਹਨੂੰ ਸਮੇਟਦੇ, ਉੱਥੇ ਜਾ ਕੇ ਵੀ ਸਾਰਾ ਇੱਥੇ ਪ੍ਰਭਾਵ ਪੈ ਗਿਆ ਕਿਸੇ ਦੇ ਉੱਤੇ। ਮੈਂ ਕਹਾਣੀ ਸਮੇਟਦਾ ਵਾਂ ਵੀ ਯਾਰ ਇਸ ਕਹਾਣੀ ਦਾ ਕੋਈ ਸਿਰਾ ਲੱਗਣਾ ਚਾਹੀਦਾ। ਕੁਲਵੀਰ ਢੇਸੋਂ ਨੇ ਏਡੀ ਲੰਬੀ ਕਹਾਣੀ ਲਿਖੀ ਹੈ ਮਠਿਆਈਆਂ ਬਣਨ ਵਾਲੀ,
ਲੇਕਿਨ ਗੱਲ ਉਹਨੇ ਕਿੱਥੇ ਜਾ ਕੇ ਤੋੜੀ ਹੈ ਜਾ ਕੇ ਗੱਲ ਤੇ ਇਹ ਹੈ। ਸੋ ਉਹਦਾ ਪੂਰਾ ਸਮੁੱਚਾ ਪ੍ਰਭਾਵ ਬੜਾ ਲਾਜ਼ਮੀ ਹੈ। ਬੇਦੀ ਸਾਹਿਬ, ਮੇਰਾ ਅਗਲਾ ਸਵਾਲ ਜਿਹੜਾ ਉਹ ਕਹਾਣੀ ਦੀ ਡੈਫਥ ਨਾਲ ਜੁੜਿਆ, ਪਾਤਰਾਂ ਨਾਲ ਜੁੜਿਆ, ਸਿਰਜਣਾਤਮਕ ਪਲਾਂ ਦੇ ਨਾਲ ਜੁੜਿਆ। ਕੋਈ ਐਸਾ ਪਾਤਰ ਜਿਹੜਾ ਤੁਸੀਂ ਲਿਖ ਰਹੇ ਹੋ ਕੋਈ ਹੋਰ ਪਲੇਟਫਾਰਮ ਤੇ ਉਹਨਾਂ ਸਿਰਜਣਾ ਦੇ ਪਲਾਂ ਦੇ ਵਿੱਚੋਂ ਤੁਹਾਡੇ ਕੋਲ ਆ ਕੇ ਤੁਹਾਡੇ ਦਸਤਕ ਦਿੰਦਾ ਬਾਰ-ਬਾਰ, ਇੱਕ ਪਾਤਰ ਬਾਰ-ਬਾਰ ਆਉਂਦਾ, ਇੱਕ ਪਾਤਰ ਜਿਹੜਾ ਤੁਹਾਡੇ ਜ਼ਿਹਨ ਵਿੱਚ ਤਾਂ ਹੈ, ਮਤਲਬ ਤੁਹਾਡੇ ਜਿਹੜੇ ਸਿਰਜਣਾ ਦਾ ਲੰਬਾ 40 ਸਾਲ ਦਾ ਸਫ਼ਰ ਆ ਉਹਦੇ ਵਿੱਚ ਤਾਂ ਹੈ, ਪਲਾਟ ਤੁਹਾਡੇ ਕੋਲ ਕਹਾਣੀ ਦਾ, ਨਾਵਲ ਦਾ ਹੋਰ ਆ। ਇੱਕ ਪਾਤਰ ਤੁਹਾਡੇ ਕੋਲ ਬਾਰ-ਬਾਰ ਆ ਰਿਹਾ ਜਿਹਦਾ ਕਿ ਤੁਸੀਂ ਕੰਮ ਕਰ ਚੁੱਕੇ ਆ, ਠੀਕ ਆ, ਉਹਦੇ ਇਮੋਸ਼ਨਸ ਲਿਖ ਚੁੱਕੇ ਆ ਆਪਣੇ ਉਹਦੇ। ਇੱਕ ਆ ਜਿਹੜਾ ਲੰਬੇ ਸਮੇਂ ਤੋਂ ਤੁਹਾਡੇ ਨਾਲ ਤੁਹਾਡੇ ਜ਼ਿਹਨ 'ਚ ਆ ਪਾਤਰ, ਠੀਕ ਹੈ ਨਾ, ਉਹ ਤੁਹਾਡੇ ਕੋਲ ਬਾਰ-ਬਾਰ ਆਉਂਦਾ ਪਰ ਤੁਸੀਂ ਕਰ ਨਹੀਂ ਸਕੇ ਉਹਦੇ ਤੇ, ਉਹਨੂੰ ਸਿਰਜ ਨਹੀਂ ਸਕੇ, ਉਸ ਪਾਤਰ ਦੀ ਆਪਣੇ ਕਹਾਣੀ ਵਿੱਚ ਨਹੀਂ ਉਹਨੂੰ ਲੈ ਸਕੇ। ਇਹਨਾਂ ਪਲਾਂ ਦੇ ਵਿੱਚ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ ਕਿ ਕਿਉਂਕਿ ਜਿਹੜਾ ਪਾਤਰ ਆ ਕੇ ਤੁਹਾਡੇ ਕੋਲ ਦਸਤਕ ਦਿੰਦਾ ਬਾਰ-ਬਾਰ, ਜਦੋਂ ਤੁਸੀਂ ਲਿਖਣ ਵਾਲੇ ਟੇਬਲ ਤੇ ਬੈਠੇ ਆ, ਪਰ ਉਹਨੂੰ ਤੁਸੀਂ ਪ੍ਰੈਜ਼ੈਂਟ ਨਹੀਂ ਕੀਤਾ ਅਜੇ ਤੱਕ ਕਿਸੇ ਉਸ ਪਾਤਰ ਬਾਰੇ ਜਿਹੜਾ ਬਾਰ-ਬਾਰ ਆਉਂਦਾ ਹੋਵੇ, ਜਿਹੜਾ ਪਾਤਰ ਤੁਹਾਨੂੰ ਆ ਕੇ ਦਸਤਕ ਦੇ ਰਿਹਾ ਉਹਨੂੰ ਤੁਸੀਂ ਪੇਸ਼ ਕਰ ਦਿੱਤਾ, ਉਹਨੂੰ ਨਹੀਂ ਮੇਰਾ ਕਹਿੰਦਾ ਕਹਾਣੀ ਜਿਹੜੀ ਤੁਸੀਂ ਲਿਖ ਚੁੱਕੇ ਆ, ਇੱਕ ਕਹਾਣੀ ਜਿਹੜੀ ਕੋਈ ਲਿਖਣ ਵਾਲੀ ਉਸ ਪਾਤਰ ਬਾਰੇ, ਇਹਦੇ ਬਾਰੇ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ। ਵਿਸ਼ਾਲ ਜੀ, ਇਹ ਸਵਾਲ ਇਹੋ ਜਿਹਾ ਵੀ ਬਿਲਕੁਲ ਸਾਡੀ ਸਿਰਜਣਾ ਨਾਲ ਜੁੜਿਆ ਹੋਇਆ। ਮੈਂ ਕਈ ਵਾਰੀ ਤੁਹਾਡੇ ਕਹਿਣ ਦੇ ਉੱਤੇ ਵੀ ਮੈਂ ਹੁਣ ਧਿਆਨ ਮਾਰਿਆ, ਔਰ ਪਹਿਲਾਂ ਵੀ ਮੈਨੂੰ ਪਤਾ ਸੀ ਵੀ ਇੱਕ ਪਾਤਰ ਜਿਹੜਾ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਦੇਰ ਲਈ ਆਇਆ, ਉਸ ਦੇ ਉੱਤੇ ਮੈਂ 3-4 ਕਹਾਣੀਆਂ ਲਿਖ ਬੈਠਾ, ਲੇਕਿਨ ਉਹ ਬਾਰ-ਬਾਰ ਇਦਾਂ ਲੱਗਦਾ ਵੀ ਤੁਸੀਂ ਉਹਦੇ ਬਾਰੇ ਪੂਰਾ ਜੇ ਬਿਆਨ ਨਹੀਂ ਕੀਤਾ। ਇਸੇ ਕਰਕੇ ਬਾਰ-ਬਾਰ ਆਉਂਦਾ, ਜੇ ਤੁਸੀਂ ਉਹਨੂੰ ਬਿਆਨ ਕਰ ਸਕੇ ਹੋ ਆਪਣੀ ਕਿਸੇ ਰਚਨਾ ਦੇ ਵਿੱਚ, ਫਿਰ ਉਹ ਪਾਤਰ ਨਹੀਂ ਆਏਗਾ। ਲੇਕਿਨ ਉਹ ਪਾਤਰ ਇਹੋ ਜਿਹਾ ਹੈ ਵੀ ਜਾਂ ਕਹਿ ਲਓ ਵੀ ਤੁਹਾਡੇ ਜ਼ਿਹਨ ਦੇ ਉੱਤੇ ਇਦਾਂ ਦਾ ਛਾਇਆ ਹੋਇਆ, ਤੁਹਾਡੀ ਜ਼ਿੰਦਗੀ ਦੇ ਉੱਤੇ ਇਦਾਂ ਦਾ ਛਾਇਆ ਰਿਹਾ ਵੀ ਤੁਸੀਂ ਉਹਨੂੰ ਬਾਰ-ਬਾਰ ਬਿਆਨ ਕਰਨ ਦੇ ਬਾਵਜੂਦ ਵੀ ਕੋਈ ਨਾ ਕੋਈ ਗੱਲ ਉਹਦੀ ਰਹਿ ਜਾਂਦੀ ਹੈ। ਸੋ ਇਹ ਜਿਹੜੀ ਕਹਾਣੀ ਪੂਰਨ ਜਾਂ ਤੇਰਾ ਮੇਰਾ ਕੀ ਰਿਸ਼ਤਾ, ਜਾਂ ਉਸ ਤੋਂ ਪਹਿਲਾਂ ਇੱਕ ਹੋਰ ਕਹਾਣੀ ਸੀਗੀ, ਉਹਦੇ ਵਿੱਚ ਉਹ ਬਾਰ-ਬਾਰ ਪਾਤਰ ਆਉਂਦਾ, ਪਰ ਮੈਨੂੰ ਲੱਗਦਾ ਹੈ ਵੀ ਇਹਦੇ ਪਾਤਰ ਬਾਰੇ ਅਜੇ ਪੂਰੀ ਗੱਲ ਹੋਣੀ ਬਾਕੀ ਹੈ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ। ਦੂਜਾ ਇੱਕ ਪਾਤਰ ਹੁੰਦਾ ਹੈ ਵੀ ਜਿਹੜਾ ਤੁਹਾਡੇ ਮਨ 'ਚ ਬਹਿ ਜਾਂਦਾ। ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਦਿੰਦਾ ਵੀ ਮੈਂ ਜਿਨ੍ਹਾਂ ਦਿਨਾਂ ਦੇ ਵਿੱਚ ਅੱਤਵਾਦ ਦੇ ਦਿਨ ਸੀ ਨਾ, ਉਹਨਾਂ ਦਿਨਾਂ 'ਚ ਚੋਣਾਂ ਹੋਈਆਂ, ਚੋਣਾਂ ਦੇ ਦੌਰਾਨ ਸਾਡੇ ਇੱਕ ਮਿੱਤਰ ਦਾ ਵਿਆਹ ਸੀ, ਤੇ ਉਸ ਮਿੱਤਰ ਦੇ ਘਰ ਜਿਹੜਾ ਉਹ ਲਾਗੀ ਆਇਆ ਨਾ, ਉਹ ਲਾਗੀ ਦੇ ਨਾਲ 3-4 ਉਹਦੇ ਗਨਮੈਨ ਸੀ। ਮੈਂ ਕਿਹਾ ਯਾਰ ਇਹ ਲਾਗੀ ਉਸ ਚੀਜ਼ਾਂ ਪਲੇਟਾਂ ਰੱਖਣ ਆਉਂਦਾ, ਕੋਈ ਸਮਾਨ ਲੈ ਕੇ ਆਉਂਦਾ, ਕੋਈ ਪਾਣੀ ਲੈ ਕੇ ਆਉਂਦਾ, ਗਨਮੈਨ ਨਾਲ ਨੇ ਉਹਦੇ। ਮੈਂ ਉਹਨੂੰ ਪੁੱਛਿਆ ਇੱਕ ਗੱਲ, ਕਹਿੰਦਾ ਜੀ ਇਲੈਕਸ਼ਨ 'ਚ ਖੜਾ ਹੋ ਗਿਆ ਸਾਡੇ ਪਿੰਡ ਦਾ ਬੰਦਾ, ਲਾਗੀ ਆ, ਕੰਮ ਕਰਦਾ, ਤੇ ਹੁਣ ਉਹਨਾਂ ਨੇ ਗਨਮੈਨ ਨਾਲ ਤੋੜ ਦਿੱਤੇ, ਹੁਣ ਇਲੈਕਸ਼ਨ ਲੜ ਰਿਹਾ। ਉਹ ਪਾਤਰ ਕਈ ਸਾਲ ਮੇਰੇ ਮਨ ਦੇ ਅੰਦਰ ਬੈਠਾ ਰਿਹਾ। ਮੈਂ ਕਿਹਾ ਯਾਰ ਇਸ ਪਾਤਰ ਨੂੰ ਮੈਂ ਲਿਖਾਂ ਕਿੱਦਾਂ? ਮੇਰੇ ਕੋਲ ਇਹਨਾਂ ਸਾਲਾਂ ਦੇ ਵਿੱਚ ਕੋਈ ਵਸੀਲਾ ਨਹੀਂ ਬਣਿਆ। ਹੁਣ ਆ ਕੇ ਮੈਂ ਉਹ ਕਹਾਣੀ ਲਿਖੀ ਆ ਉਹਦੇ ਉੱਤੇ, ਤੂੰ ਉੱਥੇ ਦਾ ਉੱਥੇ, ਔਰ ਮੈਨੂੰ ਬਹੁਤ ਕੁਝ ਫਿਕਸ਼ਨ ਦੇ ਵਿੱਚ ਲਿਆਉਣਾ ਪਿਆ ਸਿਰਫ ਉਸ ਪਾਤਰ ਦੀ ਇੰਨੀ ਕੁ ਗੱਲ ਦੱਸਣ ਲਈ ਵੀ ਉਹ ਵਿਆਹ ਦੇ ਵਿੱਚ ਟਰੰਕ ਵੀ ਚੁੱਕਦਾ ਹੈ, ਵਰੀ ਵਾਲਾ ਉਹ ਸਭ ਕੁਝ ਚੱਕਦਾ, ਉਹ ਵਿਆਹ ਦੇ ਵਿੱਚ ਤੁਰਿਆ ਫਿਰਦਾ, ਨਾਲ ਗਨਮੈਨ ਤੁਰੇ ਫਿਰਦੇ। ਗੱਲ ਤਾਂ ਇੰਨੀ ਸੀ ਉਹਦੇ ਵਿੱਚ, ਲੇਕਿਨ ਉਹਨੂੰ ਐਸਟੈਬਲਿਸ਼ ਕਰਨ ਲਈ, ਉਹਨੂੰ ਦੱਸਣ ਲਈ, ਉਹ ਸਾਰਾ ਕੁਝ ਉਸ ਲਈ ਕਹਾਣੀ ਦੀ ਪੂਰੀ ਸਿਰਜਣਾ ਕਰਨੀ ਹੈ। ਸੋ ਇਸ ਕਰਕੇ ਕਈ ਪਾਤਰ ਤੁਹਾਡੇ ਨਾਲ ਤੁਰੇ ਰਹਿੰਦੇ ਨੇ ਜਿਹੜੇ ਤੁਸੀਂ ਵੇਖਦੇ ਹੋ। ਕਿਤੇ ਯਾਰ ਕਿਤੇ ਜਾ ਕੇ ਇਹਦੇ ਤੇ ਕਹਾਣੀ ਲਿਖੂੰਗਾ ਮੈਂ, ਉਹਦੇ ਲਈ ਹੋਰ ਕੁਝ ਲੱਭਦੇ ਰਹਿੰਦੇ ਹੋ, ਲੇਕਿਨ ਜਿੰਨੀ ਦੇਰ ਲੱਭਦਾ ਨਹੀਂਗਾ ਉਹ ਪਾਤਰ ਤੁਹਾਡੇ ਅੰਦਰ ਖੌਰੂ ਪਾਉਂਦਾ ਰਹਿੰਦਾ ਵੀ ਯਾਰ ਮੈਨੂੰ ਬਾਹਰ ਕੱਢ। ਸੋ ਇਸ ਕਰਕੇ ਕਈ ਪਾਤਰ ਤਾਂ ਹੁੰਦੇ ਆ ਜਿਹੜੇ ਤੁਹਾਡੇ ਲਿਖਣ ਦੇ ਬਾਵਜੂਦ, ਲਿਖੇ ਜਾਣ ਦੇ ਬਾਵਜੂਦ, ਬਾਰ-ਬਾਰ ਲਿਖੇ ਜਾਣ ਦੇ ਬਾਵਜੂਦ ਵੀ ਉਹ ਤੁਹਾਡੇ ਸਾਹਮਣੇ ਆਉਂਦੇ। ਹੋ ਸਕਦਾ ਹੁਣ ਮੇਰੀ ਜਿਹੜੀ ਗ੍ਰੈਂਡ ਡਾਕਟਰ ਹੈ, ਉਹ
ਮੰਦਬੁੱਧੀ ਬੱਚਾ ਹੈ, 10 ਸਾਲ ਦੀ ਹੋ ਗਈ, ਅਸੀਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂ ਅਜੇ ਉਹਦੇ ਉੱਤੇ ਨਾਵਲ ਲਿਖਣਾ ਬਾਕੀ ਹੈ। ਉਹ ਮੇਰੇ ਅੰਦਰ ਖੌਰੂ ਪਾ ਰਿਹਾ ਵੀ ਇਸ ਬੱਚੀ ਉੱਤੇ ਨਾਵਲ ਲਿਖਿਆ ਜਾਣਾ ਚਾਹੀਦਾ। ਐਜ਼ ਅ ਪਾਠਕ ਕੁਲਦੀਪ ਸਿੰਘ ਬੇਦੀ ਨੂੰ ਤੇ ਐਜ਼ ਅ ਲੇਖਕ ਮਤਲਬ ਤੁਸੀਂ ਸਾਹਿਤ ਨਾਲ ਜੁੜੇ ਲੋਕਾਂ ਨੇ ਤੁਹਾਡੀਆਂ ਕਹਾਣੀਆਂ ਪੜ੍ਹੀਆਂ, ਤੁਹਾਨੂੰ ਲੱਗਦਾ ਕਿ ਤੁਸੀਂ ਖੁਦ ਨੇ ਪੰਜਾਬੀ ਕਹਾਣੀ ਨਾਲ ਇਨਸਾਫ ਹੀ ਕੀਤਾ ਕਿ ਨਹੀਂ ਕਰ ਪਾਏ ਇਹ? ਦੇਖੋ ਜੀ, ਮੈਂ ਤਾਂ ਇੰਨਾ ਵਧੀਆ ਨਹੀਂ ਲਿਖ ਸਕਿਆ ਜੋ ਮੈਂ ਲਿਖਣਾ ਚਾਹੁੰਦਾ। ਲਿਖਣਾ ਚਾਹਣਾ ਜਾਂ ਲਿਖਣਾ ਇਹ ਦੋ ਵੱਖਰੀਆਂ ਗੱਲਾਂ। ਅਸਲ ਦੇ ਵਿੱਚ ਇਹ ਹੈ ਵੀ ਮੈਂ ਸਾਹਿਤ ਦੀ ਤਾਂ ਇੱਦਾਂ ਦੀ ਗੱਲ ਸਮਝਦਾ ਵੀ ਜੇ ਤੁਸੀਂ ਸਮੇਂ ਸਿਰ ਕਿਸੇ ਗੱਲ ਨੂੰ ਪਕੜ ਲਿਆ ਔਰ ਸਮੇਂ ਸਿਰ ਉਹਨੂੰ ਨਿਭਾ ਦਿੱਤਾ ਔਰ ਉਹਨੂੰ ਤੁਸੀਂ ਇਸ ਢੰਗ ਨਾਲ ਨਿਭਾਇਆ ਵੀ ਅਗਲਾ ਪੜ੍ਹ ਕੇ ਉਹਨੂੰ ਸੋਚੇ ਵੀ ਯਾਰ ਇਹ ਬੰਦੇ ਨੇ ਕੀ ਗੱਲ ਕੀਤੀ। ਮੈਨੂੰ ਲੱਗਦਾ ਹੈ ਵੀ ਜਿਵੇਂ ਕਿ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਵੀ ਬੰਦੇ ਦੀ ਜ਼ਿੰਦਗੀ ਜਦੋਂ ਬੀਤ ਜਾਂਦੀ ਨਾ, ਬੰਦਾ 70 ਸਾਲ ਦੇ ਲਾਗੇ ਪਹੁੰਚ ਜਾਂਦਾ, ਤੇ ਫਿਰ ਬੰਦਾ ਸੋਚਦਾ ਯਾਰ ਇਹ ਤਾਂ ਆਪਾਂ ਨੂੰ ਅਕਲ ਹੁਣ ਆਉਣੀ ਸ਼ੁਰੂ ਹੋਈ, ਜੇ ਇੰਨੀ ਕੁ ਉਮਰ ਆਪਾਂ ਨੂੰ ਹੋਰ ਮਿਲ ਜਾਏ ਤਾਂ ਆਪਾਂ ਬਹੁਤ ਕੁਝ ਕਰ ਸਕਦੇ ਹਾਂ। ਲੇਕਿਨ ਇਹ ਸਿਲਸਿਲਾ ਹੀ ਇੱਦਾਂ ਦਾ ਵੀ ਤੁਹਾਨੂੰ ਸਾਰੀ ਉਮਰ ਗਵਾ ਕੇ ਵੀ ਮਤਲਬ ਉਸ ਤਰ੍ਹਾਂ ਦੀ ਅਕਲ ਨਹੀਂ ਆਉਂਦੀ ਜਿੰਨੀ ਕਿ ਇੱਕ ਸਮਰੱਥ ਬੰਦੇ ਦੇ ਵਿੱਚ ਹੋਣੀ ਚਾਹੀਦੀ ਹੈ। ਸੋ ਮੈਂ ਸਮਝਦਾ ਕਿ ਅਜੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੇਰੀਆਂ ਲਿਖਣ ਵਾਲੀਆਂ ਨੇ, ਚੰਗੀਆਂ ਚੀਜ਼ਾਂ ਲਿਖਣ ਵਾਲੀਆਂ ਨੇ। ਅਜੇ ਮੈਂ ਬਹੁਤ ਕੁਝ ਨਹੀਂ ਲਿਖ ਸਕਿਆ। ਬੇਦੀ ਸਾਹਿਬ, ਮੇਰਾ ਖਿਆਲ ਆਪਾਂ ਗੱਲ ਮੁਕੰਮਲ ਕਰ ਲਈ ਆ। ਅੱਜ ਤੁਸੀਂ ਸਾਡੇ ਸਟੂਡੀਓ 'ਚ ਆਏ ਆ, ਤੁਹਾਡੀ ਜ਼ਿੰਦਗੀ ਦੇ ਪਸਾਰਾਂ ਬਾਰੇ, ਜ਼ਿੰਦਗੀ ਬਾਰੇ, ਪੰਜਾਬੀ ਕਹਾਣੀ ਬਾਰੇ ਗੱਲਬਾਤ ਕੀਤੀ, ਨਾਵਲਾਂ ਬਾਰੇ, ਜਿਵੇਂ ਕਿ ਤੁਸੀਂ ਫਿਲਮਾਂ ਦੇ ਨਾਲ ਜੁੜੇ, ਆਪਾਂ ਸਾਰੀ ਗੱਲਬਾਤ ਕੀਤੀ। ਖੁਦ ਮੇਰੀ ਵੀ ਜਾਣਕਾਰੀ ਵਾਧਾ ਹੋਇਆ, ਦਰਸ਼ਕਾਂ ਨੂੰ ਵੀ ਬਹੁਤ ਕੁਛ ਨਵਾਂ ਦਿੱਤਾ ਤੁਸੀਂ ਸੁਣ ਲਈ। ਪੰਜਾਬੀ ਕਹਾਣੀ ਲਈ ਤੁਸੀਂ ਨਵੇਂ ਸੰਦੇਸ਼ ਦਿੱਤੇ ਆਪਣੇ ਪਾਤਰਾਂ ਬਾਰੇ, ਸਿਰਜਣ ਪ੍ਰਕਿਰਿਆ ਬਾਰੇ, ਤੇ ਤੁਹਾਡਾ ਆਉਣ ਦਾ ਇੱਥੇ ਬਹੁਤ ਬਹੁਤ ਸਵਾਗਤ ਬੇਦੀ ਸਾਹਿਬ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ। ਔਰ ਇਸ ਚੈਨਲ ਨੇ ਜਿਸ ਤਰ੍ਹਾਂ ਕਿ ਮੇਰੀਆਂ ਬਹੁਤ ਸਾਰੀਆਂ ਗੱਲਾਂ ਨੂੰ ਪੇਸ਼ ਕੀਤਾ, ਬਹੁਤ ਸਾਰੀ ਗੱਲਬਾਤ ਹੋਈ ਹੈ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਦੋਸਤੋ, ਸਾਡੇ ਨਾਲ ਜੁੜੇ ਦਰਸ਼ਕੋ, ਅੱਜ ਸਾਡੇ ਨਾਲ ਸਨ ਕੁਲਦੀਪ ਸਿੰਘ ਬੇਦੀ, ਕਹਾਣੀਕਾਰ, ਨਾਵਲਕਾਰ, ਫਿਲਮਕਾਰ, ਜਿਨ੍ਹਾਂ ਦੀਆਂ ਤੁਸੀਂ ਗੱਲਾਂ ਬਾਤਾਂ ਸੁਣੀਆਂ। ਤੁਹਾਨੂੰ ਇਹਨਾਂ ਦੀ ਜ਼ਿੰਦਗੀ ਬਾਰੇ, ਇਹਨਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਬਹੁਤ ਕੁਛ ਤੁਸੀਂ ਜਾਣਿਆ ਅੱਜ ਇਹਨਾਂ ਦੇ ਕੋਲੋਂ, ਇਹਨਾਂ ਦੀ ਜ਼ੁਬਾਨੀ, ਇਹਨਾਂ ਦੇ ਮੂੰਹੋਂ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਗਲੇ ਐਪੀਸੋਡ 'ਚ ਅਸੀਂ ਫਿਰ ਕਿਸੇ ਅੰਬਰਾਂ ਦੇ ਸਰਨਾ ਵਿੱਚ ਕਿਸੇ ਉੱਘੇ ਸਾਹਿਤਕਾਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਇਜਾਜ਼ਤ, ਤੁਹਾਡਾ ਬਹੁਤ ਬਹੁਤ ਧੰਨਵਾਦ।